ਦੋਹਰਾ ਬੀਤ ਗਈ ਸੋ ਜਾਮਨੀ। ਉਹ ਰਾਤ ਬੀਤ ਗਈ ਜਿਸ ਦਿਨ ਮਹਾਰਾਜ ਸ਼ਿਕਾਰ ਖੇਡ ਕੇ ਆਏ ਹਨ। ਕੀਨੇ ਸੌਚ ਇਸ਼ਨਾਨ। ਪਰ ਸਤਿਗੁਰੂ ਜੀ ਨੇ ਸੋਚ ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਬਸਤਰ ਸ਼ਸਤਰ ਗੁਰ ਪਹਿਰ ਕਰ। ਆਪਣੇ ਬਸਤਰ ਸ਼ਸਤਰ ਪਹਿਨ ਕੇ ਸਿਮਰਨ ਭਜਨ ਕਰਕੇ ਬੈਠੇ ਲਾਏ ਦੀਵਾਨ। ਸਤਿਗੁਰੂ ਦੀਵਾਨ ਵਿੱਚ ਬੈਠੇ ਹਨ। ਦੀਵਾਨ ਲਾ ਕੇ ਸੰਗਤਾਂ ਨੂੰ ਦਰਸ਼ਨ ਦੇਣ ਲੱਗੇ ਹਨ। ਰੋਜ਼ ਹੀ ਮਹਾਰਾਜ ਦੀਵਾਨ ਦਿਨ ਚੜ੍ਹੇ ਲਾਉਂਦੇ ਸਨ। ਅੰਮ੍ਰਿਤ ਵੇਲੇ ਆਪਣਾ ਨਿਤਨੇਮ ਭਜਨ ਸੇਵਾ ਸਿਮਰਨ ਕਰਨ ਤੋਂ ਬਾਅਦ ਆਸਾ ਦੀ ਵਾਰ ਦਾ ਭੋਗ ਪੈ ਜਾਂਦਾ ਸੀ। ਫਿਰ ਖੁੱਲ੍ਹਾ ਦੀਵਾਨ ਸਜਦਾ ਸੀ ਜਿੱਥੇ ਸੰਗਤਾਂ ਨਾਲ ਗੁਰੂ ਸਾਹਿਬ ਅਧਿਆਤਮਕ ਅਤੇ ਸੰਸਾਰਕ ਪਰਮਾਰਥਕ ਵਿਚਾਰਾਂ ਕਰਿਆ ਕਰਦੇ ਸਨ। ਸਤਿਗੁਰੂ ਜੀ ਨੇ ਦੀਵਾਨ ਸਜਾਇਆ ਹੈ। ਚੌਪਈ ਹਾਨਨ ਪੰਚਾਨਨ ਕੋ ਕਾਨਨ। ਅੱਜ ਜੰਗਲ ਦੇ ਵਿੱਚ ਜਿਹੜਾ ਕੱਲ ਸ਼ੇਰ ਮਾਰਿਆ ਸੀ ਉਹਦੀ ਚਰਚਾ ਸਾਰੇ ਦਿੱਲੀ ਸ਼ਹਿਰ 'ਚ ਫੈਲੀ ਹੋਈ ਹੈ। ਘਰ ਘਰ ਦੇ ਵਿੱਚ ਇਹ ਚਰਚਾ, ਮੁਸਲਮਾਨਾਂ ਦੇ ਘਰਾਂ 'ਚ ਵੀ, ਹਿੰਦੂਆਂ ਅਤੇ ਸਿੱਖਾਂ ਦੇ ਘਰਾਂ ਵਿੱਚ ਵੀ ਇਹ ਚਰਚਾ ਹੈ ਕਿ ਗੁਰੂ ਮਹਾਰਾਜ ਸਾਹਿਬ ਜੀ ਬੱਬਰ ਸ਼ੇਰ ਦਾ ਸ਼ਿਕਾਰ ਕਰਕੇ ਆਏ, ਉਹ ਵੀ ਤਲਵਾਰ ਦੇ ਨਾਲ। ਸਾਰੇ ਹੈਰਾਨ ਹਨ ਤੇ ਗੁਰੂ ਦੇ ਦਰਬਾਰ ਵਿੱਚ ਵੀ ਇਹ ਚਰਚਾ ਚੱਲੀ ਹੈ। ਹਾਂਜੀ, ਕੋ ਆਨਨ ਭਨ ਕੋ ਸੁਨ ਕਾਨਨ। ਕੋਈ ਸੁਣਾ ਰਿਹਾ ਹੈ ਤੇ ਕੋਈ ਸੁਣ ਰਿਹਾ ਹੈ। ਜਿੱਥੇ ਜਿੱਥੇ ਸੰਗਤਾਂ ਹਨ ਜਾਂ ਗੁਰੂ ਨੂੰ ਜਾਣਨ ਵਾਲੇ ਹਨ ਜਾਂ ਹੋਰ ਵੀ ਕਈ ਲੋਕ ਨਵੇਂ ਹਨ ਜਿਨ੍ਹਾਂ ਨੂੰ ਇਹ ਖਬਰ ਸੁਣਾਈ ਦੇ ਰਹੀ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਸ਼ੇਰ ਮਾਰਿਆ। ਕੋਈ ਇਹ ਗੱਲ ਦੱਸ ਰਿਹਾ ਤੇ ਕੋਈ ਸੁਣ ਰਿਹਾ ਹੈ। ਸੁਧ ਹਿਤ ਆਏ ਸਿੱਖਪੁਰ ਬਾਸੀ। ਸਾਧ ਸੰਗਤ ਜੀ, ਦਿੱਲੀ ਦੀਆਂ ਸੰਗਤਾਂ ਵੀ ਆ ਗਈਆਂ ਵੇਖਣ ਵਾਸਤੇ ਵੀ ਗੁਰੂ ਸਾਹਿਬ ਨੂੰ ਕੋਈ ਸੱਟ ਫੇਟ ਤਾਂ ਨਹੀਂ ਲੱਗੀ, ਕਿਉਂਕਿ ਇਹੋ ਜਿਹਾ ਕੰਮ ਜਦੋਂ ਹੁੰਦਾ ਹੈ ਉਦੋਂ ਜਿਹੜੇ ਹਮਦਰਦੀ ਰੱਖਣ ਵਾਲੇ ਨੇ ਹਾਲ ਚਾਲ ਵੀ ਪੁੱਛਦੇ ਨੇ। ਕਿਉਂ? ਸ਼ੇਰ ਦਾ ਮੁਕਾਬਲਾ ਕਰਦਿਆਂ ਮੌਤ ਨਾਲ ਖੇਡਣਾ, ਮੌਤ ਦੇ ਨਾਲ ਗੱਲਾਂ ਕਰਨੀਆਂ, ਮੌਤ ਨਾਲ ਜਾ ਕੇ ਗਲਵੱਕੜੀ ਪਾਣੀ ਹੈ। ਕੋਈ ਸ਼ੇਰ ਨਾਲ ਮੁਕਾਬਲਾ ਕਰਨਾ ਸੌਖਾ ਜਿਹਾ ਕੰਮ ਨਹੀਂ ਹੈ। ਤੇ ਇਹ ਮਹਾਰਾਜ ਕਰਕੇ ਆਏ ਆ। ਜਿਹੜੇ ਸਤਿਗੁਰਾਂ ਨਾਲ ਪ੍ਰੇਮ ਰੱਖਣ ਵਾਲੇ ਸਿੱਖ ਨੇ ਉਹ ਇਸ ਵਿਸ਼ੇ 'ਤੇ ਮਹਾਰਾਜ ਦਾ ਹਾਲ ਚਾਲ ਵੀ ਪੁੱਛਣ ਆਏ ਆ ਤੇ ਮਹਾਰਾਜ ਨੂੰ ਵਧਾਈਆਂ ਵੀ ਦੇਣ ਆਏ। ਹਾਂਜੀ, ਦੇਖਤ ਦਰਸ਼ਨ ਬੈਠੇ ਪਾਸੀ। ਅੱਜ ਦਿੱਲੀ ਦੇ ਸਾਰੇ ਹੀ ਸਿੱਖ, ਬੱਚਾ ਸਾਰੇ ਹੀ ਆਏ ਮਹਾਰਾਜ ਦੇ ਦਰਸ਼ਨ ਕਰਦੇ ਆ ਤੇ ਗੁਰੂ ਸਾਹਿਬ ਦੇ ਕੋਲ ਬੈਠਦੇ ਹਨ। ਬੂਝਤ ਭਏ ਪ੍ਰਸੰਗ ਜਿਮ ਭਇਓ। ਜਿਹੜੇ ਵਿੱਚ ਸਿਆਣੇ ਮੁਖੀ ਸਿੱਖ ਸਨ ਦਿੱਲੀ ਦੇ, ਗੁਰੂ ਮਹਾਰਾਜ ਦੇ ਕੋਲ ਬੈਠ ਗਏ ਨੇ ਤੇ ਮਹਾਰਾਜ ਤੋਂ ਪੁੱਛਦੇ ਨੇ ਵੀ ਮਹਾਰਾਜ ਕੱਲ ਕੀ ਕੌਤਕ ਵਰਤਿਆ ਹੈ। ਹਾਂਜੀ, ਕੇਹਰ ਬਲੀ ਆਪ ਹੱਥ ਦਇਓ। ਇਹ ਮਹਾਰਾਜ ਸੁਣਿਆ ਆਪ ਜੀ ਦੇ ਸਾਹਮਣੇ ਸ਼ੇਰ ਆ ਗਿਆ ਸੀ ਜੰਗਲ ਵਿੱਚ ਤੇ ਐਡਾ ਬਲੀ ਖੂਨੀ ਸ਼ੇਰ ਆਪ ਜੀ ਨੇ ਤੇਗ ਦਾ ਇੱਕੋ ਵਾਰ ਕਰਕੇ ਮਾਰ ਦਿੱਤਾ ਹੈ। ਸੁਖ ਸਰੀਰ ਸਾਰੇ ਪਰ ਰਹਿਓ। ਇਹ ਸੱਚੇ ਪਾਤਸ਼ਾਹ ਜੀ, ਆਪ ਜੀ ਦਾ ਸਰੀਰ ਤਾਂ ਠੀਕ ਹੈ, ਆਪ ਜੀ ਦਾ ਸਰੀਰ ਸੁਖੀ ਹੈ, ਆਪ ਜੀ ਨੂੰ ਕੋਈ ਕਸ਼ਟ ਤਾਂ ਨਹੀਂ ਹੋਇਆ, ਸਰੀਰ ਨੂੰ ਕੋਈ ਝਰੀਟ ਤਾਂ ਨਹੀਂ ਲੱਗੀ। ਹਾਂਜੀ, ਨਖ ਕੋ ਘਾਤ ਨਹੀਂ ਕਿਤ ਲਹਿਓ। ਕਿਉਂਕਿ ਸ਼ੇਰ ਦਾ ਮੁਕਾਬਲਾ ਕਰਕੇ ਆਪ ਜੀ ਆਏ ਹੋ। ਆਪ ਜੀ ਦੇ ਸਰੀਰ ਤੇ ਕੋਈ ਨਹੁੰ ਦਾ ਘਾਤ ਨਜ਼ਰ ਨਹੀਂ ਆ ਰਿਹਾ, ਕਿਤੇ ਕੋਈ ਇਹੋ ਜਿਹਾ ਭਾਣਾ ਵਰਤਿਆ ਤਾਂ ਨਹੀਂ, ਮਹਾਰਾਜ ਆਪ ਨੂੰ ਕੋਈ ਸੱਟ ਫੇਟ ਤਾਂ ਨਹੀਂ ਲੱਗੀ। ਹਾਂਜੀ, ਢਿੱਗ ਮਸੰਦ ਨੇ ਸਕਲ ਸੁਨਾਈ। ਕੋਲ ਬੈਠੇ ਹੋਏ ਗੁਰੂ ਕੇ ਮਸੰਦਾਂ ਨੇ ਬੜੇ ਵਿਸਥਾਰ ਨਾਲ ਸੰਗਤ ਨੂੰ ਸਾਰੀ ਵਾਰਤਾ ਸੁਣਾਈ ਹੈ। ਜੰਬਕ ਸਮ ਸੁਖੇਨ ਲਿਏ ਘਾਈ। ਮਸੰਦ ਕਹਿੰਦੇ ਆ ਵੀ ਸਾਧ ਸੰਗਤ ਜੀ, ਗੁਰੂ ਸਾਹਿਬ ਨੇ ਸ਼ੇਰ ਗਿੱਦੜ ਦੀ ਤਰ੍ਹਾਂ ਮਾਰ ਦਿੱਤਾ। ਜਿਵੇਂ ਗਿੱਦੜ ਹੋਵੇ ਨਾ, ਜਿਵੇਂ ਗਿੱਦੜ ਨੂੰ ਮਾਰਨਾ ਸੌਖਾ, ਮਹਾਰਾਜ ਨੇ ਉਹ ਸ਼ੇਰ ਮਾਰ ਦਿਆ। ਹਾਂਜੀ, ਇਤਨੇ ਮਹਿ ਵਜ਼ੀਰ ਖਾਂ ਆਇਓ। ਇਹਨੇ ਨੂੰ ਭਾਈ ਵਜ਼ੀਰ ਖਾਂ ਜੀ ਆ ਗਏ। ਹੱਥ ਜੋੜ ਕਰ ਸੀਸ ਨਿਵਾਇਓ। ਭਾਈ ਵਜ਼ੀਰ ਖਾਂ ਜੀ ਨੇ ਆ ਕੇ ਹੱਥ ਜੋੜ ਕੇ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਿਆ ਹੈ। ਬੈਠਿਓ ਨਿਕਟ ਸੋ ਜਸ ਬਹੁ ਕਹਿਓ। ਵਜ਼ੀਰ ਖਾਂ ਗੁਰੂ ਸਾਹਿਬ ਦੇ ਚਰਨਾਂ 'ਚ ਬੈਠ ਗਿਆ ਤੇ ਗੁਰੂ ਸਾਹਿਬ ਦਾ ਸੁਜਸ ਕਰਨ ਲੱਗਾ। ਸ਼ਾਹੋ ਆਪ ਢਿੱਗ ਆਵਨ ਚਾਹਿਓ। ਭਾਈ ਵਜ਼ੀਰ ਖਾਂ ਕਹਿੰਦੇ, ਹੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ,
ਅੱਜ ਬਾਦਸ਼ਾਹ ਸਲਾਮਤ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ। ਜਾਂ ਪਨਾ ਜਹਾਂਗੀਰ ਬਾਦਸ਼ਾਹ ਤੁਹਾਡੇ ਕੋਲ ਆਉਣਾ ਚਾਹੁੰਦੇ ਨੇ। ਅੱਜ ਤੁਹਾਡੇ ਡੇਰੇ ਵਿੱਚ ਆ ਕੇ ਤੁਹਾਡੇ ਦਰਸ਼ਨ ਕਰਨਾ ਚਾਹੁੰਦੇ ਨੇ। ਅੱਗੇ ਤਾਂ ਗੁਰੂ ਸਾਹਿਬ ਨੂੰ ਜਾਣਾ ਪੈਂਦਾ ਸੀ ਦਰਸ਼ਨ ਦੇਣ, ਬਾਦਸ਼ਾਹ ਦੀ ਕਚਹਿਰੀ ਵਿੱਚ ਮਹਾਰਾਜ ਜਾਂਦੇ ਸੀ। ਅੱਜ ਬਾਦਸ਼ਾਹ ਖੁਦ ਗੁਰੂ ਸਾਹਿਬ ਦੇ ਦਰਬਾਰ ਵਿੱਚ ਆ ਰਿਹਾ ਹੈ ਦਰਸ਼ਨਾਂ ਵਾਸਤੇ। ਹਾਂਜੀ, ਸ੍ਰੀ ਸਤਿਗੁਰ ਡੇਰੇ ਵਿੱਚ ਰਹੋ। ਬਾਦਸ਼ਾਹ ਨੇ ਮੈਨੂੰ ਇਹ ਕਹਿ ਭੇਜਿਆ ਹੈ ਵੀ ਸਤਿਗੁਰੂ ਜੀ ਅੱਜ ਡੇਰੇ ਵਿੱਚ ਹੀ ਰਿਹਾ ਜੀ। ਆਪਣੇ ਅਸਥਾਨ 'ਤੇ ਜੋ ਗੁਰੂ ਘਰ ਹੈ ਮਜਨੂ ਦਾ ਟਿੱਲਾ ਦਿੱਲੀ 'ਚ, ਇੱਥੇ ਸਤਿਗੁਰਾਂ ਦਾ ਪੜਾਅ ਲੱਗਾ ਹੋਇਆ ਸੀ। ਤੇ ਬਾਦਸ਼ਾਹ ਨੇ ਕਿਹਾ ਮਹਾਰਾਜ ਇੱਥੇ ਹੀ ਡੇਰੇ ਵਿੱਚ ਹੀ ਟਿਕੋ। ਨਹਿ ਆਗਵਨ ਇਹਾਂ ਕੋ ਚਾਹੋ। ਅੱਜ ਤੁਸੀਂ ਮੇਰੇ ਦਰਬਾਰ ਵਿੱਚ ਨਹੀਂ ਆਉਣਾ, ਅੱਜ ਮੈਂ ਤੁਹਾਡੇ ਦਰਬਾਰ ਵਿੱਚ ਆ ਰਿਹਾ ਹਾਂ। ਤਿਮ ਕਹਿ ਮੋਕੋ ਪਠਿਓ ਅਗਾਰੀ। ਭਾਈ ਵਜ਼ੀਰ ਖਾਨ ਜੀ ਗੁਰੂ ਸਾਹਿਬ ਨੂੰ ਬੇਨਤੀ ਕਰਦੇ ਨੇ ਕਿ ਹੇ ਸਤਿਗੁਰੂ ਜੀ, ਇਸ ਤਰ੍ਹਾਂ ਮੈਨੂੰ ਬਾਦਸ਼ਾਹ ਨੇ ਕਹਿ ਕੇ ਭੇਜਿਆ ਹੈ ਕਿ ਗੁਰੂ ਸਾਹਿਬ ਡੇਰੇ ਵਿੱਚ ਹੀ ਰਹਿਣ, ਅਸੀਂ ਖੁਦ ਚੱਲ ਕੇ ਗੁਰੂ ਸਾਹਿਬ ਕੋਲ ਆਵਾਂਗੇ। ਭਇਓ ਪ੍ਰਸੰਨ ਹੇਰ ਬਲ ਭਾਰੀ। ਮਹਾਰਾਜ ਕੱਲ੍ਹ ਜਿਹੜਾ ਤੁਸੀਂ ਕੌਤਕ ਕੀਤਾ ਹੈ, ਬੱਬਰ ਸ਼ੇਰ ਦਾ ਸ਼ਿਕਾਰ ਇੱਕੋ ਤੇਗ ਦੇ ਵਾਰ ਨਾਲ ਕਰ ਦਿੱਤਾ ਹੈ। ਇੱਕੋ ਵਾਰ ਨਾਲ ਸ਼ੇਰ ਨੂੰ ਲੱਕ ਤੋਂ ਝਟਕ ਸੁੱਟਿਆ। ਇਹ ਮਹਾਰਾਜ ਕੌਤਕ ਵੇਖ ਕੇ ਤੇ ਬਾਦਸ਼ਾਹ ਆਪ ਜੀ ਤੋਂ ਬਲਿਹਾਰ ਜਾ ਰਿਹਾ, ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਤੁਹਾਡੇ ਤੋਂ। ਹਾਂਜੀ, ਬੈਠ ਰਹਿਓ ਕਹਿ ਗੁਰੂ ਸਮੀਪ। ਤੇ ਇਹ ਕਹਿ ਕੇ ਭਾਈ ਵਜ਼ੀਰ ਖਾਨ ਜੀ ਗੁਰੂ ਸਾਹਿਬ ਦੇ ਚਰਨਾਂ 'ਚ ਹੀ ਬੈਠੇ ਰਹੇ। ਉਤ ਭਾਵ ਤਿਆਰ ਤੁਰਕ ਅਵਨੀਪ। ਉਧਰ ਬਾਦਸ਼ਾਹ ਜਹਾਂਗੀਰ ਗੁਰੂ ਸਾਹਿਬ ਨੂੰ ਮਿਲਣ ਵਾਸਤੇ ਤਿਆਰੀਆਂ ਕਰਨ ਲੱਗਾ। ਚਲ ਮਜਨੂ ਕੇ ਆਏ ਸਥਾਨ। ਔਰ ਤਿਆਰ ਹੋ ਕੇ ਸਜ ਧਜ ਕੇ ਬਾਦਸ਼ਾਹ ਮਜਨੂ ਦੇ ਟਿੱਲੇ ਆਪਣੀਆਂ ਫੌਜਾਂ, ਆਪਣੇ ਅਫਸਰਾਂ, ਆਪਣੇ ਵੱਡੇ ਵੱਡੇ ਸੈਨਾਪਤੀਆਂ, ਵਜ਼ੀਰਾਂ, ਮੰਤਰੀਆਂ ਨੂੰ ਨਾਲ ਲੈ ਕੇ ਆਇਆ। ਹਾਂਜੀ, ਗੁਰ ਕਰਵਾਇਸ ਫਰਸ਼ ਮਹਾਨ। ਬਾਦਸ਼ਾਹ ਦੇ ਆਉਣ ਤੋਂ ਪਹਿਲਾਂ ਹੀ ਗੁਰੂ ਸਾਹਿਬ ਨੇ ਦਰਬਾਰ ਬੜਾ ਸੋਹਣਾ ਸਜਾ ਲਿਆ। ਸਿੱਖਾਂ ਨੂੰ ਹੁਕਮ ਦਿੱਤਾ, ਬੜੇ ਸੋਹਣੇ ਗਲੀਚੇ, ਕਾਲੀਨ, ਦਰੀਆਂ ਵਿਛ ਗਈਆਂ, ਸੋਹਣੀਆਂ ਚਾਦਰਾਂ ਵਿਛ ਗਈਆਂ। ਮਹਾਰਾਜ ਦਾ ਦਰਬਾਰ ਬੜਾ ਆਲੇ ਦਰਜੇ ਦਾ ਸਜ ਗਿਆ। ਬਾਦਸ਼ਾਹ ਦੇ ਬੈਠਣ ਦਾ ਵੀ ਬੰਦੋਬਸਤ ਕੀਤਾ ਗਿਆ। ਸਾਰਾ ਜਦੋਂ ਗੁਰੂ ਸਾਹਿਬ ਦਾ ਦਰਬਾਰ ਸਜਿਆ, ਬਾਦਸ਼ਾਹ ਆਣ ਪਹੁੰਚਿਆ। ਕਰ ਦਸ ਵਾਵਨ ਬੜ ਮਸ ਨੰਦ। ਮਹਾਰਾਜ ਨੇ ਵੱਡੀਆਂ ਗੋਲ ਗੱਦੀਆਂ ਸਰਾਣਿਆਂ ਵਾਲੀਆਂ ਲਗਵਾ ਦਿੱਤੀਆਂ। ਧਰ ਪਾਛੇ ਉਪਧਾਨ ਬਿਲੰਦ। ਗੋਲ ਸਿਰਾਣੇ ਜਿੱਥੇ ਢਾਸਣਾ ਲਾ ਕੇ ਬੈਠਿਆ ਜਾਂਦਾ, ਉਹ ਸਿਰ ਵਾਲੇ ਪਾਸੇ ਰੱਖ ਦਿੱਤੇ। ਗਾਦੀ ਪਰ ਬੈਠੇ ਗੁਰ ਪੂਰੇ। ਔਰ ਮਹਾਬਲੀ ਜੋਧੇ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਪੂਰਨ ਸਤਿਗੁਰੂ ਗੱਦੀ ਤੇ ਬੈਠ ਗਏ। ਚਾਮਰ ਚਲਹਿ ਚਲਾ ਚਲ ਰੂਰੇ। ਔਰ ਸਤਿਗੁਰੂ ਦੇ ਸੀਸ ਤੇ ਚੌਰ ਹੁੰਦਾ ਹੈ। ਚੌਰ ਬਰਦਾਰ ਦੋ ਪਾਸੇ ਚੌਰ ਲੈ ਕੇ ਖੜੇ ਨੇ। ਚਲਾ ਚੱਲ ਸਤਿਗੁਰੂ ਦੇ ਸੀਸ ਤੇ ਚੌਰ ਝੂਲਦਾ ਹੈ। ਬੜੋ ਦੀਵਾਨ ਲਗਿਓ ਤਿਹ ਸਮੋ। ਬੜਾ ਭਾਰੀ ਵੱਡਾ ਸੋਹਣਾ ਦੀਵਾਨ ਗੁਰੂ ਹਰਗੋਬਿੰਦ ਸਾਹਿਬ ਦਾ ਲੱਗ ਗਿਆ। ਆਨ ਅਨੇਕ ਥਾਨ ਤੇ ਨਮੋ। ਅਨੇਕਾਂ ਹੀ ਸੰਗਤਾਂ ਗੁਰੂ ਕੀਆਂ ਆ ਕੇ ਮੱਥਾ ਟੇਕ ਰਹੀਆਂ ਸਨ। ਜਹਾਂਗੀਰ ਜਬ ਬੈਠੇ ਹੇਰੇ। ਜਦੋਂ ਜਹਾਂਗੀਰ ਨੇ ਗੁਰੂ ਸਾਹਿਬ ਦੇ ਆ ਕੇ ਦਰਸ਼ਨ ਕੀਤੇ, ਮਹਾਰਾਜ ਮਹਾਬਲੀ ਜੋਧੇ ਤਖਤ ਤੇ ਬੈਠੇ ਸੋਭਾ ਪਾ ਰਹੇ ਸਨ। ਹੈ ਤੇ ਉਤਰ ਆਏ ਤਬ ਨੇਰੇ। ਬਾਦਸ਼ਾਹ ਜਹਾਂਗੀਰ ਘੋੜੇ ਤੋਂ ਉਤਰ ਕੇ ਮਹਾਰਾਜ ਦੇ ਨੇੜੇ ਆਇਆ। ਕਰ ਅਬੇ ਬੰਧਨ ਬੈਠਿਓ ਪਾਸ। ਗੁਰੂ ਸਾਹਿਬ ਨੂੰ ਨਮਸਕਾਰ ਕਰਕੇ, ਸਲਾਮ ਕਰਕੇ, ਸਿਜਦਾ ਕਰਕੇ ਬੈਠ ਗਿਆ ਗੁਰੂ ਜੀ ਦੇ ਕੋਲ। ਕਹਿ ਅਖੇਰ ਕੇ ਬਾਖ ਬਿਲਾਸ। ਔਰ ਕੱਲ ਦੇ ਸ਼ਿਕਾਰ ਦੀਆਂ ਗੱਲਾਂ ਸ਼ੁਰੂ ਕਰ ਲਈਆਂ। ਕੱਲ ਜਿਹੜਾ ਸ਼ਿਕਾਰ ਖੇਡਣ ਗਏ ਸੀ, ਉਹ ਸਾਰਾ ਕਿੱਸਾ ਬਾਦਸ਼ਾਹ ਨੇ ਫਿਰ ਦੁਬਾਰਾ ਸ਼ੁਰੂ ਕੀਤਾ। ਉਹ ਸ਼ੇਰ ਮਾਰਨ ਵਾਲੀ ਗੱਲ ਤੋਂ ਬਾਦਸ਼ਾਹ ਹੱਕਾ ਬੱਕਾ ਹੋ ਰਿਹਾ ਸੀ ਵੀ ਐਡੀ ਬਹਾਦਰੀ ਨਾਲ ਸ਼ੇਰ ਦਾ ਮੁਕਾਬਲਾ ਕੋਈ ਕਰ ਨਹੀਂ ਸਕਦਾ ਜਿਵੇਂ ਗੁਰੂ ਸਾਹਿਬ ਨੇ ਕੀਤਾ ਹੈ। ਹਾਂਜੀ, ਕੇਹਰ ਬਲੀ ਆਪ ਨੇ ਮਾਰਾ। ਤੇ ਬਾਦਸ਼ਾਹ ਕਹਿੰਦਾ ਗੁਰੂ ਜੀ,
ਆਪ ਜੀ ਨੇ ਐਡਾ ਵੱਡਾ ਬਲੀ ਬਲਵਾਨ ਸ਼ੇਰ ਮਾਰ ਦਿੱਤਾ ਹੈ। ਪੁਨ ਬ੍ਰਿਤਾਂਤ ਤਿਨ ਆਪਨ ਉਚਾਰਾ। ਤੇ ਬਾਦਸ਼ਾਹ ਇਸ ਗੱਲ ਤੋਂ ਵੀ ਪ੍ਰਭਾਵਿਤ ਹੈ, ਹੈਰਾਨ ਹੈ ਵੀ ਉਹ ਜਿਹੜਾ ਸ਼ੇਰ ਦੇ ਵਿੱਚੋਂ ਰੂਹ ਨਿਕਲੀ, ਉਸ ਰੂਹ ਨੇ ਆਪਣਾ ਪਿਛਲਾ ਜਨਮ ਵੀ ਦੱਸਿਆ ਕਿ ਮੈਂ ਜਹਾਂਗੀਰ ਬਾਦਸ਼ਾਹ ਤੇਰੇ ਪਿਤਾ ਅਕਬਰ ਦਾ ਦੂਰੋਂ ਨੇੜਿਓਂ ਭਾਈ ਲੱਗਦਾ ਸੀ, ਔਰ ਜਦੋਂ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਦੇ ਦਰਸ਼ਨਾਂ ਲਈ ਅਕਬਰ ਗਿਆ ਤੇ ਮੈਂ ਉਦੋਂ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਨੱਕ ਚੜ੍ਹਾਈ ਸੀ, ਕਿੰਤੂ ਪਰੰਤੂ ਕੀਤਾ ਸੀ ਵੀ ਐਵੇਂ ਹੀ ਹਿੰਦੂਆਂ ਦੇ ਪੀਰ ਨੂੰ ਸਾਡਾ ਬਾਦਸ਼ਾਹ ਮੱਥਾ ਟੇਕੀ ਜਾਂਦਾ, ਅਸੀਂ ਮੁਸਲਮਾਨ ਆ, ਅਸੀਂ ਇਸ ਗੁਰੂਆਂ ਤੋਂ ਕੀ ਲੈਣਾ। ਤੇ ਫਿਰ ਰਾਤ ਨੂੰ ਮੈਂ ਮਾਸ ਖਾ ਕੇ ਸੌਂ ਗਿਆ ਤੇ ਪੇਟ 'ਚ ਦਰਦ ਉੱਠੀ, ਸੂਲ ਉੱਠਿਆ, ਮਾਸ ਕੱਚਾ ਸੀ। ਇਸੇ ਗੱਲਾਂ ਦੇ ਖਿਆਲ ਵਿੱਚ ਵੀ ਗੁਰੂ ਦੀ ਨਗਰੀ 'ਚ ਕੀ ਲੈਣ ਆਏ ਆ, ਇੱਥੇ ਤੇ ਮਾਸ ਕੱਚਾ ਖਾਣ ਨੂੰ ਮਿਲਿਆ, ਮਰ ਚੱਲੇ, ਜਾਨ ਨਿਕਲ ਗਈ। ਉਹ ਜਾਨ ਨਿਕਲ ਗਈ, ਦੋ ਪਾਸੇ ਬਿਰਤੀ ਸੀ, ਇੱਕ ਤਾਂ ਮਾਸ ਵਿੱਚ, ਉਹਦੇ ਕਰਕੇ ਸ਼ੇਰ ਦੀ ਜੂਨੀ ਮਿਲ ਗਈ ਮਾਸ ਖਾਣ ਵਾਲੀ। ਦੂਜਾ ਇਹ ਧਿਆਨ ਸੀ ਵੀ ਗੁਰੂ ਦੀ ਨਗਰੀ 'ਚ ਕੀ ਲੈਣ ਆਏ ਆ, ਗੁਰੂ ਨਾਲ ਵੈਰ ਵਿਰੋਧ ਦੀ ਭਾਵਨਾ ਰੱਖ ਕੇ ਗੁਰੂ ਨੂੰ ਹੀ ਯਾਦ ਕਰਦਿਆਂ ਜਾਨ ਨਿਕਲੀ। ਦੋਵੇਂ ਗੱਲਾਂ ਇਕੱਠੀਆਂ ਹੋ ਗਈਆਂ, ਸ਼ੇਰ ਦੀ ਜੂਨੀ ਮਿਲ ਗਈ, ਜਿਹੜਾ ਉਹ ਗੁਰੂ ਨੂੰ ਯਾਦ ਕਰਦਿਆਂ ਸਰੀਰ ਛੱਡਿਆ ਸੀ, ਉਹਦੇ ਕਰਕੇ ਗੁਰੂ ਹਰਗੋਬਿੰਦ ਸਾਹਿਬ ਦੇ ਹੱਥੋਂ ਮੁਕਤੀ ਵੀ ਮਿਲ ਗਈ। ਸੋ ਸਾਧ ਸੰਗਤ ਜੀ, ਉਹ ਜਿਹੜਾ ਸ਼ੇਰ ਸੀ ਉਹਦੀ ਰੂਹ ਇਹ ਕਥਾ ਸੁਣਾ ਕੇ ਸੱਚਖੰਡ ਚਲੀ ਗਈ, ਮੁਕਤ ਹੋ ਗਈ। ਪਰ ਬਾਦਸ਼ਾਹ ਜਹਾਂਗੀਰ ਉਸ ਗੱਲ ਤੋਂ ਬੜਾ ਪ੍ਰਭਾਵਿਤ ਹੋਇਆ, ਬੜਾ ਹੈਰਾਨ ਹੋਇਆ। ਹਾਂਜੀ, ਸਾਹਿਬ ਕਰਾਮਾਤ ਗੁਰ ਗਾਦੀ। ਜਹਾਂਗੀਰ ਕਹਿੰਦਾ ਤੁਸੀਂ ਕਰਾਮਾਤਾਂ ਦੇ ਮਾਲਕ ਹੋ, ਗੁਰਤਾ ਗੱਦੀ ਦੇ ਮਾਲਕ ਹੋ, ਸਾਰੀਆਂ ਸ਼ਕਤੀਆਂ ਦੇ ਮਾਲਕ ਹੋ ਸੱਚੇ ਪਾਤਸ਼ਾਹ ਜੀ। ਸਿੱਖਨ ਦਿਓ ਗਿਆਨ ਅਹਲਾਦੀ। ਤੁਸੀਂ ਆਪਣੇ ਸਿੱਖਾਂ ਨੂੰ ਬ੍ਰਹਮ ਗਿਆਨ ਬਖਸ਼ਣ ਵਾਲੇ ਹੋ, ਸਿੱਖਾਂ ਦੇ ਅੰਦਰ ਭਗਤੀ, ਸ਼ਕਤੀ, ਸ਼ਾਂਤੀ, ਕ੍ਰਾਂਤੀ ਸਭ ਗੁਣ ਦੇਣ ਵਾਲੇ ਹੋ। ਸ੍ਰੀ ਹਰਗੋਬਿੰਦ ਸੁਨਤ ਉਚਾਰਾ। ਬਾਦਸ਼ਾਹ ਦੀਆਂ ਗੱਲਾਂ ਸੁਣ ਕੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਬੋਲੇ, ਅੰਤ ਸਮੇਂ ਜਿਸ ਜਸ ਮਨ ਧਾਰਾ। ਮਹਾਰਾਜ ਕਹਿੰਦੇ ਦੇਖੋ ਬਾਦਸ਼ਾਹ, ਇਹ ਪ੍ਰਾਣੀ ਇਸ ਦੁਨੀਆ ਤੋਂ ਜਿਹੜੇ ਵੀ ਆਏ ਨੇ ਜਾਣਾ ਹੈ, ਜੋ ਆਇਆ ਸੋ ਚਲਸੀ, ਸਭ ਕੋਈ ਆਈ ਵਾਰੀ ਹੈ। ਪਰ ਜਾਣ ਲੱਗਿਆਂ ਜਿੱਦਾਂ ਦੀ ਮਨ 'ਚ ਵਾਸ਼ਨਾ ਹੋਵੇਗੀ, ਜਿੱਦਾਂ ਦਾ ਖਿਆਲ ਹੋਵੇਗਾ, ਅਖੀਰਲੇ ਸਮੇਂ ਜਿੱਥੇ ਬਿਰਤੀ ਜਾਏਗੀ ਉਧਰ ਅਗਲਾ ਜਨਮ ਹੋਵੇਗਾ। ਹਾਂਜੀ, ਪਾਏ ਜੂਨ ਤਸ ਕਰਮ ਅਧੀਨ। ਆਪਣੇ ਕਰਮਾਂ ਦੇ ਅਧੀਨ ਬੰਦੇ ਨੂੰ ਫਿਰ ਉਹੋ ਜਿਹੀ ਜੂਨੀ ਮਿਲੇਗੀ। ਜਿਤ ਲਾਗੋ ਮਨ ਬਾਸਨਾ ਅੰਤ ਸਾਈ ਪ੍ਰਗਟਾਨੀ। ਜਿੱਧਰ ਬਾਸਨਾ ਲੱਗੀ ਹੈ ਉਹ ਪ੍ਰਗਟ ਹੋ ਕੇ ਉਧਰ ਹੀ ਲੈ ਤੁਰਦੀ ਹੈ। ਬਾਸਨਾ ਬੱਧਾ ਆਵੇ ਜਾਵੇ, ਇਹ ਜੀਵ ਬਾਸਨਾ ਦਾ ਬੱਧਾ ਹੀ ਤੁਰਿਆ ਫਿਰਦਾ। ਹੁਣ ਸਾਡੀ ਬਾਸਨਾ ਹੋਈ ਵੀ ਅਮਰੀਕਾ ਚਲੋ, ਤੇ ਅਮਰੀਕਾ ਆ ਗਏ ਨਾ, ਬਾਸਨਾ ਹੀ ਹੈ, ਫਲਾਣੇ ਸ਼ਹਿਰ ਚੱਲੀਏ, ਉੱਥੇ ਤੁਰ ਪਏ। ਇੱਦਾਂ ਰੂਹ ਵੀ ਜਿਹੜੀ ਹੈ ਨਾ ਬਾਸਨਾ ਦੇ ਘੋੜੇ 'ਤੇ ਜਾਂਦੀ ਹੈ। ਸੂਖਮ ਗੱਲ ਤਾਂ ਸਾਰੀ ਵਾਸ਼ਨਾ ਦੀ। ਆਪਾਂ ਵਾਸ਼ਨਾ ਕਰਕੇ ਇਸ ਵੇਲੇ ਵਾਸ਼ਨਾ ਹੋਈ ਵੀ ਚਲੋ ਗੁਰਦੁਆਰੇ ਕਥਾ ਹੋ ਰਹੀ ਸੁਣੀਏ, ਇਹ ਵੀ ਵਾਸ਼ਨਾ ਹੀ। ਵਾਸ਼ਨਾ ਇਹ ਵੀ ਹੋ ਸਕਦੀ ਵੀ ਚਲੋ ਸਿਨੇਮਾ ਦੇਖੀਏ, ਮਾੜੇ ਪਾਸੇ ਵੀ ਜਾ ਸਕਦੀ ਸੀ, ਚੰਗੇ ਪਾਸੇ। ਵਾਸ਼ਨਾ ਜਿੱਧਰ ਜਾਂਦੀ ਹੈ ਉੱਧਰ ਅਸੀਂ ਜਾਂਦੇ ਹਾਂ। ਸਰੀਰ ਵੀ ਸਾਡਾ ਉੱਧਰ ਹੀ ਜਾਂਦਾ ਤੇ ਰੂਹ ਵੀ ਸਾਡੀ ਉੱਧਰ ਹੀ ਜਾਂਦੀ। ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਵੇ। ਸਾਰੀ ਸ੍ਰਿਸ਼ਟੀ ਵਾਸ਼ਨਾ ਦੇ ਹਿਸਾਬ ਨਾਲ ਚੱਲ ਰਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਬਾਦਸ਼ਾਹ ਨੂੰ ਦੱਸਦੇ ਹਨ। ਭੋਗਤ ਦੁੱਖ ਸੁਖ ਕੋ ਜਿਮ ਕੀਨ। ਸਤਿਗੁਰੂ ਕਹਿੰਦੇ ਬਾਦਸ਼ਾਹ ਜੋ ਇਹਨੇ ਕਰਮ ਕੀਤੇ ਨੇ ਉਹ ਇਹਦੀ ਪਰਾਲਬਧ ਬਣ ਜਾਂਦੀ ਹੈ। ਪਹਿਲਾਂ ਕਿਰਿਆਮਾਨ ਕਰਮ ਹੁੰਦੇ ਨੇ, ਫਿਰ ਉਹ ਸੰਚਿਤ ਹੁੰਦੇ ਨੇ, ਫਿਰ ਪਰਾਲਬਧ ਹੁੰਦੀ। ਫਿਰ ਪਰਾਲਬਧ ਨੂੰ ਭੋਗਣੀ ਪੈਂਦੀ। ਜੋ ਕੀਤਾ ਉਹ ਕਰਮ ਭੋਗਣੇ ਪੈਂਦੇ ਨੇ। ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ। ਕਰਮਾਂ ਦੀ ਗਤੀ ਬੜੀ ਬਲਵਾਨ ਹੈ। ਆਪਣੇ ਕੀਤੇ ਆਪ ਹੀ ਭੋਗਣੇ ਪੈਂਦੇ ਨੇ। ਹਾਂਜੀ, ਘਟਕਾ ਏਕ ਬੈਠ ਕਰ ਸ਼ਾਹੂ। ਬਾਦਸ਼ਾਹ ਇੱਕ ਘੜੀ ਲਗਭਗ ਅੱਧਾ ਘੰਟਾ ਗੁਰੂ ਜੀ ਕੋਲ ਬੈਠਾ। ਅੱਧਾ ਘੰਟਾ ਗੁਰੂ ਸਾਹਿਬ ਕੋਲ ਬਹਿ ਕੇ
ਬਚਨ ਬਿਲਾਸ ਕਰਕੇ ਫਿਰ ਗੁਰੂ ਸਾਹਿਬ ਕੋਲੋਂ ਆਗਿਆ ਮੰਗੀ ਹੈ। ਗਮਨਿਓ ਪੁਨ ਔਰ ਧਾਰ ਉਮਾਹੂ। ਬੜੀ ਪ੍ਰਸੰਨਤਾ ਨਾਲ ਜਹਾਂਗੀਰ ਵਾਪਸ ਆਪਣੇ ਮਹਿਲਾਂ ਵਿੱਚ ਆਪਣੇ ਰਾਜਕਾਜ ਦੇ ਕੰਮਾਂ ਵਿੱਚ ਜਾ ਲੱਗਾ ਹੈ। ਇਸ ਪ੍ਰਕਾਰ ਬੀਤੇ ਦਿਨ ਕੇਤੇ। ਇਸ ਤਰ੍ਹਾਂ ਦਿੱਲੀ ਵਿੱਚ ਰਹਿੰਦਿਆਂ ਨੂੰ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੂੰ ਕਈ ਦਿਨ ਬਤੀਤ ਹੋ ਗਏ। ਕਿੰਨਾ ਸਮਾਂ ਇੱਥੇ ਗੁਜ਼ਰਿਆ ਦਿੱਲੀ ਦੇ ਵਿੱਚ। ਸਤਿਗੁਰ ਨਿਜ ਸਿੱਖਨ ਸੁਖ ਦੇਤੇ। ਮਹਾਰਾਜ ਮੀਰੀ ਪੀਰੀ ਦੇ ਮਾਲਕ ਆਪਣੇ ਸਿੱਖਾਂ ਨੂੰ ਖੁਸ਼ੀਆਂ ਦੇ ਰਹੇ ਨੇ। ਦਿੱਲੀ ਦੀਆਂ ਸੰਗਤਾਂ ਸਰਸਾਰ ਹੋ ਰਹੀਆਂ ਨੇ। ਦਿੱਲੀ 'ਚ ਆਉਣ ਵਾਲੇ ਹੋਰ ਵੀ ਲੋਕ, ਹਿੰਦੂ ਵੀ ਮੁਸਲਮਾਨ ਵੀ, ਗੁਰੂ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣ ਰਹੇ ਨੇ। ਹਾਂਜੀ, ਪੁਰਤੇ ਸਿੱਖ ਸੰਗਤ ਚਲ ਆਵੈਂ। ਦਿੱਲੀ ਦੀਆਂ ਸਿੱਖ ਸੰਗਤਾਂ ਬਹੁਤ ਆਉਂਦੀਆਂ ਨੇ। ਹਰ ਧਰਮ ਨੂੰ ਮੰਨਣ ਵਾਲੇ ਲੋਕ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਨੇ। ਗੁਰੂ ਕੇ ਸਿੱਖ ਬੜੇ ਆਉਂਦੇ ਨੇ। ਹਾਂਜੀ, ਭਏ ਬਿਲੋਚਨ ਕੋ ਫਲ ਪਾਵੈਂ। ਉਹ ਕਹਿੰਦੇ ਸਾਡੀਆਂ ਅੱਖਾਂ ਸਫਲੀਆਂ ਹੋ ਗਈਆਂ। ਰੱਬ ਨੇ ਸਾਨੂੰ ਅੱਖਾਂ ਦਿੱਤੀਆਂ ਸਨ, ਅੱਖਾਂ ਸਾਨੂੰ ਮਿਲੀਆਂ ਸਨ। ਭਏ ਬਿਲੋਚਨ, ਉਹਦਾ ਫਲ ਵੀ ਮਿਲ ਗਿਆ। ਅੱਖਾਂ ਦਾ ਫਲ ਕੀ ਹੈ? ਨੇਤਰੀ ਸਤਿਗੁਰ ਵੇਖਣਾ, ਸਰਵਣੀ ਸੁਣਨਾ ਗੁਰ ਨਾਮ। ਅੱਖਾਂ ਨਾਲ ਗੁਰੂ ਦੇ ਦਰਸ਼ਨ ਕਰਨ, ਇਹ ਅੱਖਾਂ ਦਾ ਫਲ ਹੈ। ਜੇ ਗੁਰੂ ਦੇ ਦਰਸ਼ਨ ਨਹੀਂ ਕੀਤੇ ਫਿਰ ਅੱਖਾਂ ਦਾ ਕੋਈ ਫਲ ਨਹੀਂ। ਹਾਂਜੀ, ਚੰਦ ਬਦਨ ਕੋ ਦਰਸ਼ਨ ਕਰ ਕਰ। ਮਹਾਰਾਜ ਦੇ ਚੰਦਰਮਾ ਵਰਗੇ ਸੋਹਣੇ ਮੁਖੜੇ ਦੇ ਦਰਸ਼ਨ ਕਰ ਕਰਕੇ ਬੈਠਤ ਨਿਕਟ ਆਨੰਦ ਔਰ ਭਰ ਭਰ। ਮਹਾਰਾਜ ਦੇ ਕੋਲ ਆਨੰਦ ਦੇ ਨਾਲ ਬੈਠਦੇ ਨੇ ਸਿੱਖ, ਦਰਸ਼ਨ ਕਰਦੇ ਨੇ। ਮਹਾਰਾਜ ਦੀ ਰਸਨਾ ਤੋਂ ਜੋ ਅੰਮ੍ਰਿਤਮਈ ਬਾਣੀ ਦੇ ਉਪਦੇਸ਼ ਉਹ ਸੁਣਦੇ ਨੇ। ਹਾਂਜੀ, ਕਮਲ ਪਾਖਰੀ ਆਂਖ ਬਿਸਾਲੇ। ਧੰਨ ਗੁਰੂ ਹਰਗੋਬਿੰਦ ਸਾਹਿਬ ਕਿੰਨੇ ਸੁੰਦਰ ਨੇ, ਕਿੰਨਾ ਸੁਹੱਪਣ ਹੈ। ਕਹਿੰਦੇ ਅੱਖਾਂ ਜਿਹੜੀਆਂ ਨੇ ਨਾ ਕਮਲ ਦੀਆਂ ਪੰਖੜੀਆਂ ਵਰਗੀਆਂ ਨੇ। ਜਿਵੇਂ ਕਮਲ ਦੀਆਂ ਪੰਖੜੀਆਂ ਨਹੀਂ ਵੱਡੀਆਂ ਵੱਡੀਆਂ, ਐਡੇ ਐਡੇ ਸਤਿਗੁਰਾਂ ਦੇ ਮੋਟੇ ਮੋਟੇ ਸੋਹਣੇ ਸੋਹਣੇ ਨੇਤਰ ਹਨ। ਤੀਖਨ ਕੋਰ ਬਾਨ ਅਨਿਆਲੇ। ਔਰ ਜਿਹੜੀਆਂ ਅੱਖਾਂ ਦੀਆਂ ਕੋਰਾਂ ਨੇ ਨਾ, ਇਹ ਕਹਿੰਦੇ ਇੰਝ ਅਣੀਆਂ ਵਾਲੇ ਤੀਰ ਹੁੰਦੇ ਤਿੱਖੇ। ਹਾਂਜੀ, ਦਰਸ਼ਨ ਕਰਹਿ ਕਾਮਨਾ ਪਾਵੈਂ। ਜਿਹੜਾ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੋਹਣੇ ਸਰੂਪ ਦੇ ਦਰਸ਼ਨ ਕਰਦਾ, ਉਹਦੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਹੋ ਜਾਂਦੀਆਂ। ਹਾਂਜੀ, ਅਨੇਕ ਅਕੋਰਨ ਕੋ ਅਰ ਪਾਵੈਂ। ਅਨੇਕ ਪ੍ਰਕਾਰ ਦੀਆਂ ਭੇਟਾਵਾਂ, ਅਨੇਕ ਪ੍ਰਕਾਰ ਦੀਆਂ ਉਪਹਾਰ ਸਿੱਖ ਸੰਗਤਾਂ ਲਿਆ ਕੇ ਅਰਪਣ ਕਰਦੇ ਨੇ। ਇਸ ਪ੍ਰਕਾਰ ਸਿੱਖੀ ਵਿਸਤਾਰੀ। ਇਸ ਤਰ੍ਹਾਂ ਦਿੱਲੀ 'ਚ ਬੜਾ ਸਿੱਖੀ ਦਾ ਪ੍ਰਚਾਰ। ਦਿੱਲੀ ਦੇ ਆਲੇ ਦੁਆਲੇ ਇਲਾਕਿਆਂ ਵਿੱਚ ਗੁਰੂ ਸਾਹਿਬ ਨੇ ਬਹੁਤ ਸਿੱਖੀ ਦਾ ਬੂਟਾ ਲਾਇਆ ਹੈ। ਕਰਨ ਪਿਆਨ ਸ਼ਾਹੋ ਭਾ ਤਿਆਰੀ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਾਦਸ਼ਾਹ ਤੇ ਗੁਰੂ ਸਾਹਿਬ ਇੱਥੋਂ ਚੱਲਣ ਦੀਆਂ ਹੁਣ ਤਿਆਰੀਆਂ ਕਰਨਗੇ। ਉਹ ਕਥਾ ਅੱਗੇ ਕਵੀ ਜੀ ਕਹਿੰਦੇ ਆਰੰਭ ਹੁੰਦੀ ਹੈ। ਪਠਿਓ ਵਜ਼ੀਰ ਖਾਨ ਕੋ ਤਬੈ। ਬਾਦਸ਼ਾਹ ਨੇ ਵਜ਼ੀਰ ਖਾਨ ਨੂੰ ਭੇਜਿਆ। ਕਰ ਬੰਧਨ ਪ੍ਰਸੰਗ ਕਹਿ ਸਬੈ। ਉਸ ਵਜ਼ੀਰ ਖਾਨ ਨੇ ਆ ਕੇ ਮਹਾਰਾਜ ਨੂੰ ਮੱਥਾ ਟੇਕਿਆ ਤੇ ਸਾਰੀ ਗੱਲਬਾਤ ਇਉਂ ਸ਼ੁਰੂ ਕੀਤੀ। ਹਜ਼ਰਤ ਚਾਹੀ ਕਰਨ ਅਸਵਾਰੀ। ਹੇ ਗੁਰੂ ਜੀ, ਬਾਦਸ਼ਾਹ ਸਲਾਮਤ ਦਿੱਲੀ ਤੋਂ ਜਾਣਾ ਚਾਹੁੰਦੇ ਨੇ ਕਿਤੇ। ਹਾਂਜੀ, ਕਹਿਓ ਆਪ ਸੋ ਕੀਜਹਿ ਤਿਆਰੀ। ਤੇ ਬਾਦਸ਼ਾਹ ਸਲਾਮਤ ਨੇ ਆਪ ਜੀ ਨੂੰ ਵੀ ਬੇਨਤੀ ਕੀਤੀ ਹੈ ਕਿ ਆਪ ਜੀ ਵੀ ਤਿਆਰੀ ਕਰ ਲਓ ਤੇ ਗੁਰੂ ਸਾਹਿਬ ਦੇ ਨਾਲ ਨਾਲ ਹੀ ਚੱਲੋ। ਹਾਂਜੀ, ਨਗਰ ਆਗਰਾ ਚੱਲ ਕਰ ਥਿਰੈ। ਹਾਂ, ਬਾਦਸ਼ਾਹ ਸਲਾਮਤ ਆਗਰਾ ਜਾਣਾ ਚਾਹੁੰਦੇ ਨੇ। ਤੁਸੀਂ ਵੀ ਮਹਾਰਾਜ ਬਾਦਸ਼ਾਹ ਦੇ ਨਾਲ ਆਗਰੇ ਚੱਲੋ। ਕੇਤਕ ਦਿਨ ਬਿਲਾਸ ਤਹਿ ਕਰਾਂ। ਕੁਝ ਦਿਨ ਬਾਦਸ਼ਾਹ ਸਲਾਮਤ ਆਗਰੇ ਦੇ ਜੰਗਲਾਂ 'ਚ ਸ਼ਿਕਾਰ ਖੇਡਣਗੇ, ਉੱਥੋਂ ਦਾ ਰਾਜ ਪ੍ਰਬੰਧ ਦੇਖਣਗੇ। ਕਰਹੋ ਆਪ ਭੀ ਸੈਲ ਕਨੇਰੇ। ਸੋ ਗੁਰੂ ਜੀ ਆਪ ਜੀ ਵੀ ਆਗਰੇ ਚਲੋ, ਉੱਥੋਂ ਦੇ ਇਲਾਕੇ ਦੀ ਸੈਰ ਕਰੀਏ। ਸ਼ਾਹੋ ਚਾਹਤ ਹੈ ਮੇਲ ਵਡੇਰੇ। ਬਾਦਸ਼ਾਹ ਆਪ ਜੀ ਨਾਲ ਮਿਲਾਪ ਰੱਖਣਾ ਚਾਹੁੰਦਾ, ਤੁਹਾਡੀ ਸੰਗਤ ਕਰਨੀ ਚਾਹੁੰਦਾ। ਖੇਲੋ ਮਿਲ ਅਖੇਰ ਬਿਦ ਨਾਨਾ। ਹੇ ਮਹਾਰਾਜ ਜੀ, ਆਪ ਜੀ ਸ਼ਿਕਾਰ ਖੇਡਣ ਦਾ ਸ਼ੌਂਕ ਰੱਖਦੇ ਹੋ। ਆਗਰੇ ਦੇ ਇਲਾਕੇ ਵਿੱਚ ਸ਼ਿਕਾਰ ਬਹੁਤ ਹੈ। ਚੰਬਲ ਦੀ ਘਾਟੀ ਵਿੱਚ ਬੜਾ ਸ਼ਿਕਾਰ ਹੈ। ਉਧਰ ਚੱਲ ਕੇ ਸ਼ਿਕਾਰ ਖੇਡਾਂਗੇ। ਬਨ ਉਪਬਨ ਕੋ ਭਿਖੋ ਮਹਾਨਾ। ਬੜੇ ਸੋਹਣੇ ਬਾਗ ਬਗੀਚੇ ਤੇ ਜੰਗਲ ਹਨ ਉਧਰ।
ਆਗਰੇ ਦਾ ਇਲਾਕਾ, ਮਥੁਰਾ ਦਾ ਇਲਾਕਾ, ਧੌਲਪੁਰ ਗਵਾਲੀਅਰ ਦਾ ਇਲਾਕਾ, ਇਹ ਸਾਧ ਸੰਗਤ ਜੀ ਬਹੁਤ ਪੁਰਾਤਨ ਹਜ਼ਾਰਾਂ ਸਾਲ ਪੁਰਾਣੀ ਇੱਧਰ ਆਬਾਦੀ ਹੈ। ਕਿਉਂਕਿ ਅੱਜ ਤੋਂ ਕੋਈ 5000 ਸਾਲ ਪਹਿਲਾਂ ਉਗਰਸੈਨ ਅਤੇ ਕੰਸ ਦਾ ਰਾਜ ਮਥੁਰਾ 'ਚ ਹੋਇਆ। ਕੰਸ ਨੂੰ ਮਾਰ ਕੇ ਭਗਵਾਨ ਕ੍ਰਿਸ਼ਨ ਜੀ ਨੇ ਉਗਰਸੈਨ ਨੂੰ ਰਾਜ ਦਿੱਤਾ ਸੀ। ਉੱਥੇ ਹੀ ਜਰਾਸੰਧ ਦੇ ਨਾਲ 24 ਵਾਰ ਕ੍ਰਿਸ਼ਨ ਜੀ ਦਾ ਜੰਗ ਹੋਇਆ। ਉੱਥੋਂ ਫਿਰ ਆਗਰੇ ਦਾ ਇਲਾਕਾ ਹੈ, ਪਰੇ ਮੱਛਕੁੰਡ ਧੌਲਪੁਰ ਦਾ ਇਲਾਕਾ ਹੈ। ਗਵਾਲੀਅਰ ਵੀ ਗਵਾਲੀਆਂ ਦੇ ਨਾਂ 'ਤੇ ਵਸਿਆ, ਗਊਆਂ ਪਾਲਣ ਵਾਲੇ ਗਵਾਲੇ, ਉਹਨਾਂ 'ਤੇ ਗਵਾਲੀਅਰ ਨਾਮ ਪਿਆ ਹੈ। ਸੋ ਇਸ ਕਰਕੇ ਇਹ ਕ੍ਰਿਸ਼ਨ ਜੀ ਦਾ ਇਲਾਕਾ ਬਹੁਤ ਪੁਰਾਤਨ ਹੈ। ਇੱਥੇ ਬਾਗ ਬਗੀਚੇ, ਜੰਗਲ ਅਤੇ ਬਹੁਤ ਸੋਹਣੀ ਆਬਾਦੀ, ਕਈ ਤਰ੍ਹਾਂ ਦੇ ਇੱਥੇ ਰੰਗ ਢੰਗ ਹੋਏ ਨੇ। ਕਈ ਵਾਰੀ ਉਜਾੜੇ ਵੀ ਹੋਏ ਨੇ, ਕਈ ਵਾਰੀ ਆਬਾਦੀਆਂ ਵੀ ਹੋਈਆਂ ਨੇ, ਦੁਨੀਆ ਬਣੀ ਉਜੜੀ ਕਈ ਵਾਰੀ ਹੈ। ਇਸ ਕਰਕੇ ਬਾਦਸ਼ਾਹ ਕਹਿੰਦਾ ਵੀ ਬਹੁਤ ਸੋਹਣਾ ਇਲਾਕਾ ਆਗਰੇ ਦਾ, ਸਤਿਗੁਰੂ ਜੀ ਨਾਲ ਚੱਲੋ ਅਤੇ ਉੱਥੋਂ ਦੇ ਬਾਗਾਂ ਦੀ ਸੈਰਾਂ ਕਰੀਏ। ਕਹਿਓ ਸ਼ਾਹੋ ਮਨ ਪ੍ਰੇਮੀ ਹੋਇ ਕੈ। ਬਾਦਸ਼ਾਹ ਨੇ ਬੜੇ ਪ੍ਰੇਮ ਨਾਲ ਬੇਨਤੀ ਕੀਤੀ ਆਪ ਜੀ ਦੇ ਚਰਨਾਂ ਵਿੱਚ, ਗਮਨਹੁ ਸੰਗ ਕਿਰਪਾ ਨਿਜ ਕਹਿ ਕੈ। ਮਹਾਰਾਜ ਕਿਰਪਾ ਕਰਕੇ ਬਾਦਸ਼ਾਹ ਦੇ ਨਾਲ ਚਲੋ। ਇਤਿਆਦਿਕ ਕਹਿ ਕੀਨੇ ਤਿਆਰ। ਇਸ ਪ੍ਰਕਾਰ ਦੀਆਂ ਬੇਨਤੀਆਂ ਕਰਕੇ ਗੁਰੂ ਸਾਹਿਬ ਨੂੰ ਵੀ ਤਿਆਰ ਕਰ ਲਿਆ ਆਗਰੇ ਜਾਣ ਲਈ। ਭਏ ਸਾਥ ਸਤਿਗੁਰ ਅਸਵਾਰ। ਗੁਰੂ ਸਾਹਿਬ ਜੀ ਵੀ ਬਾਦਸ਼ਾਹ ਦੀ ਬੇਨਤੀ ਬਣ ਕੇ ਤਿਆਰ ਹੋ ਪਏ। ਗਮਨੇ ਪੰਥ ਆਗਰੇ ਚਲੇ। ਸੋ ਸਾਧ ਸੰਗਤ ਜੀ, ਜਹਾਂਗੀਰ ਅਤੇ 6ਵੇਂ ਪਾਤਸ਼ਾਹ ਆਪਣੀਆਂ ਫੌਜਾਂ ਨਾਲ ਲੈ ਕੇ ਆਗਰੇ ਨੂੰ ਚੱਲ ਪਏ ਹਨ। ਪਿਤ ਅਖੇਰ ਹਜ਼ਰਤ ਕਬ ਮਿਲੇ। ਕਦੀ ਕਦੀ ਬਾਦਸ਼ਾਹ ਸ਼ਿਕਾਰ ਖੇਡਣ ਲਈ ਨਾਲ ਲੈ ਕੇ ਜਾਂਦਾ। ਜਦੋਂ ਬਾਦਸ਼ਾਹ ਜੀ ਕਰਦਾ ਵੀ ਆ ਸ਼ਿਕਾਰ ਖੇਡਣਾ ਹੈ, ਗੁਰੂ ਸਾਹਿਬ ਨੂੰ ਵੀ ਬੇਨਤੀ ਕਰਦਾ ਤੇ ਮਹਾਰਾਜ ਬਾਦਸ਼ਾਹ ਦੇ ਨਾਲ ਸ਼ਿਕਾਰ ਖੇਡਣ ਜਾਂਦੇ ਹਨ। ਹਨ ਹੈ ਮ੍ਰਿਗ ਨ ਕਹੋ ਅਧਿਕ ਧਵਾਏ। ਘੋੜਿਆਂ ਤੇ ਸਵਾਰ ਹੋ ਕੇ ਸਤਿਗੁਰੂ ਜੀ ਜੰਗਲ ਵਿੱਚ ਹਿਰਨਾਂ ਦਾ, 12 ਸਿੰਘਿਆਂ ਦਾ, ਸੂਰਾਂ ਦਾ ਤੇ ਹੋਰ ਕਈ ਕਿਸਮ ਦੇ ਜਾਨਵਰਾਂ ਦਾ ਸ਼ਿਕਾਰ ਕਰਦੇ ਹਨ। ਦੇਖਤ ਓਜ ਸ਼ਾਹੋ ਹਰ ਖਾਏ। ਗੁਰੂ ਸਾਹਿਬ ਦੀ ਫੁਰਤੀ ਦੇਖ ਕੇ, ਸ਼ਿਕਾਰ ਖੇਡਣ ਦੀ ਜੁਗਤ ਵੇਖ ਕੇ ਬਾਦਸ਼ਾਹ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ। ਹਾਂਜੀ, ਹਿਮ ਕ੍ਰਮ ਤੇ ਪਹੁੰਚੇ ਜਾਈ। ਇਸ ਤਰ੍ਹਾਂ ਕਦਮ ਕਦਮ ਕਰਦੇ ਸਫ਼ਰ ਤੈਅ ਹੋ ਗਿਆ, ਆਗਰੇ ਜਾ ਪਹੁੰਚੇ ਹਨ। ਫਿਰੇ ਆਗਰੇ ਪਿਖ ਸ਼ੁਭ ਥਾਈ। ਆਗਰਾ ਬਾਦਸ਼ਾਹ ਦੀ ਰਾਜਧਾਨੀ ਰਿਹਾ। ਪੁਰਾਤਨ ਸਮੇਂ ਤੋਂ ਅਕਬਰ ਬਾਦਸ਼ਾਹ ਨੇ ਵੀ ਇੱਥੇ ਬਹੁਤ ਸਮਾਂ ਗੁਜ਼ਾਰਿਆ। ਸੋ ਮੁਗਲਾਂ ਦਾ ਇਹ ਰਾਜਧਾਨੀ ਦਿੱਲੀ ਤੇ ਆਗਰਾ ਦੋਵੇਂ ਹੀ ਰਹੀਆਂ ਨੇ। ਕਦੀ ਬਾਦਸ਼ਾਹ ਦਿੱਲੀ ਜਾ ਰਹਿੰਦਾ ਸੀ, ਕਦੀ ਆਗਰੇ ਜਾ ਰਹਿੰਦਾ ਸੀ। ਸੋ ਆਗਰੇ ਵਿੱਚ ਪਹੁੰਚ ਗਏ ਹਨ। ਬਹੁਤ ਸੋਹਣੀ ਥਾਂ ਤੇ ਮਹਾਰਾਜ ਨੇ ਡੇਰਾ ਕੀਤਾ 6ਵੇਂ ਪਾਤਸ਼ਾਹ ਨੇ। ਕਬ ਕਬ ਮਿਲ ਹੈ ਨਿਕਟ ਬੁਲਵਾਵ ਹੈ। 2-4 ਦਿਨਾਂ ਬਾਅਦ ਕਦੀ ਬਾਦਸ਼ਾਹ ਗੁਰੂ ਜੀ ਨੂੰ ਆਪਣੇ ਕੋਲ ਬੁਲਾ ਲੈਂਦਾ ਤੇ ਕਦੀ ਬਾਦਸ਼ਾਹ ਖੁਦ ਗੁਰੂ ਜੀ ਦੇ ਕੋਲ ਆ ਜਾਂਦਾ। ਹਾਂਜੀ, ਹੋਏ ਇਕੱਠੇ ਵਹਿਰ ਸਿਧਾਵ ਹੈ। ਇਕੱਠੇ ਹੋ ਕੇ ਸ਼ਿਕਾਰ ਨੂੰ ਘੁੰਮਣ ਫਿਰਨ ਬਾਹਰ ਰੋਜ਼ ਦੂਜੇ ਚੌਥੇ ਦਿਨ ਜਾਂਦੇ ਹੀ ਰਹਿੰਦੇ ਸਨ। ਹਾਂਜੀ, ਇੱਕ ਦਿਨ ਕਿਸ ਕੇ ਮੁਖ ਤੇ ਸੁਣਿਓ। ਇੱਕ ਦਿਨ ਜਹਾਂਗੀਰ ਨੇ ਕਿਸੇ ਦੇ ਮੂੰਹ ਤੋਂ ਸੁਣਿਆ, ਗੁਰ ਕੋ ਸਤ ਪਾਤਸ਼ਾਹੋ ਸੋ ਭਨਿਓ। ਕੋਈ ਸਿੱਖ ਆਪਸ 'ਚ ਗੱਲਾਂ ਕਰ ਰਹੇ ਸੀ ਤੇ ਉਹ ਕਹਿ ਰਹੇ ਸੀ, ਧੰਨ ਧੰਨ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ। ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ। ਇਹ ਸੁਣ ਕੇ ਜਹਾਂਗੀਰ ਦੇ ਮਨ 'ਚ ਸ਼ੰਕਾ ਪੈਦਾ ਹੋ ਗਿਆ। ਹਾਂਜੀ, ਜਹਾਂਗੀਰ ਔਰ ਸੰਸਾ ਭਇਓ। ਬਾਦਸ਼ਾਹ ਦੇ ਮਨ 'ਚ ਸੰਸਾ ਹੋਇਆ ਕਿਉਂਕਿ ਉਹਨੇ ਇਹ ਸ਼ਬਦ ਸਿਰਫ ਆਪਣੇ ਲਈ ਸੁਣਿਆ ਸੀ। ਪਾਤਸ਼ਾਹ, ਦਿੱਲੀ ਦਾ ਬਾਦਸ਼ਾਹ, ਹਿੰਦੁਸਤਾਨ ਦਾ ਬਾਦਸ਼ਾਹ, ਉਹਨੂੰ ਹੀ ਲੋਕ ਕਹਿੰਦੇ ਆ ਪਾਤਸ਼ਾਹ। ਹੋਰ ਤਾਂ ਪਾਤਸ਼ਾਹ ਕੋਈ ਸੁਣਿਆ ਨਹੀਂ। ਮੈਂ ਪਾਤਸ਼ਾਹ ਹਾਂ, ਪਰ ਮੈਨੂੰ ਵੀ ਕੋਈ ਸੱਚਾ ਪਾਤਸ਼ਾਹ ਤਾਂ ਨਹੀਂ ਕਹਿੰਦਾ। ਪਾਤਸ਼ਾਹ ਕਹਿੰਦੇ ਨੇ। ਇਹ ਸੱਚਾ ਪਾਤਸ਼ਾਹ ਕੀ ਹੁੰਦਾ?
ਹਾਂਜੀ, ਮੁਝ ਤੇ ਭੀ ਊਚੋ ਪਦ ਥੀਓ। ਇਹ ਗੁਰੂ ਹਰਗੋਬਿੰਦ ਸਾਹਿਬ ਨੂੰ ਸਿੱਖਾਂ ਨੇ ਮੇਰੇ ਤੋਂ ਵੀ ਵੱਡਾ ਬਣਾ ਦਿੱਤਾ। ਮੈਂ ਤਾਂ ਪਾਤਸ਼ਾਹ ਹਾਂ, ਉਹ ਸੱਚੇ ਪਾਤਸ਼ਾਹ ਕਹੇ ਜਾਂਦੇ ਹਨ। ਰਹਿਓ ਗਿਣਤ ਚਿਤ ਮਹਿ ਅਦਕਾਇਓ। ਇਸ ਤਰ੍ਹਾਂ ਬਾਦਸ਼ਾਹ ਮਨ ਵਿੱਚ ਸੋਚਦਾ ਰਿਹਾ, ਗਿਣਤੀਆਂ ਮਿਣਤੀਆਂ ਕਰਦਾ ਰਿਹਾ ਵੀ ਇਹ ਕੀ ਗੱਲ ਹੈ, ਇਹਨਾਂ ਨੂੰ ਲੋਕ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਨੇ? ਇਹ ਕਿਮ ਨਾਮ ਆਪਨ ਧਰਵਾਇਓ। ਕੀ ਇਹਨਾਂ ਨੇ ਆਪਣਾ ਨਾਮ ਆਪ ਹੀ ਰਖਵਾਇਆ ਲੋਕਾਂ ਨੂੰ ਕਹਿ ਕੇ ਵੀ ਮੈਨੂੰ ਸੱਚਾ ਪਾਤਸ਼ਾਹ ਕਿਹਾ ਕਰੋ, ਜਾਂ ਇਹਨਾਂ ਦੇ ਸਿੱਖ ਮੁਰੀਦ ਸ਼ਰਧਾ ਵਸ ਐਸਾ ਕਹਿੰਦੇ ਨੇ? ਕਿਆ ਇਹਨਾਂ ਨੂੰ ਕਹਾਉਣਾ ਚਾਹੀਦਾ ਮੈਂ ਪਾਤਸ਼ਾਹ ਹਾਂ, ਇਹ ਮੇਰੇ ਤੋਂ ਵੀ ਵੱਧ ਕੇ ਸੱਚੇ ਪਾਤਸ਼ਾਹ ਬਣੇ ਬੈਠੇ ਨੇ? ਹਾਂਜੀ, ਸਾਚੋ ਪਾਤਸ਼ਾਹੋ ਨਰ ਕਹੈ। ਸਾਰੇ ਲੋਕ ਸੱਚਾ ਪਾਤਸ਼ਾਹ ਸੱਚਾ ਪਾਤਸ਼ਾਹ ਸੱਚਾ ਪਾਤਸ਼ਾਹ ਹੀ ਕਹਿੰਦੇ ਨੇ। ਇਤੀ ਜਠਾਈ ਕਿਉਂ ਕਰ ਲਹੈ। ਹਾਂ, ਐਡੀ ਵੱਡੀ ਵਡਿਆਈ ਜਿਹੜੀ ਹੈ ਉਹ ਇਹਨਾਂ ਨੂੰ ਕਿਉਂ ਸਿੱਖ ਦਿੰਦੇ ਨੇ? ਪਾਤਸ਼ਾਹ ਤਾਂ ਚਲੋ ਹੁੰਦਾ ਹੈ, ਮੁਲਕ ਦਾ ਮਾਲਕ ਹੁੰਦਾ, ਰਾਜਨੀਤੀ ਚਲਾਉਂਦਾ ਦੇਸ਼ ਦੀ, ਇਹਨਾਂ ਨੂੰ ਸੱਚੇ ਪਾਤਸ਼ਾਹ ਕਹਿੰਦੇ ਨੇ। ਏਕ ਦਿਓਸ਼ ਪੁਨ ਚੜੇ ਸ਼ਿਕਾਰ। ਫਿਰ ਇੱਕ ਦਿਨ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੂੰ ਨਾਲ ਲੈ ਕੇ ਸ਼ਿਕਾਰ ਨੂੰ ਚੜਿਆ। ਭਇਓ ਮੇਲ ਬੋਲਿਓ ਹਿਤ ਧਾਰ। ਅਤੇ ਜਦੋਂ ਗੁਰੂ ਸਾਹਿਬ ਨਾਲ ਰਸਤੇ 'ਚ ਜਾਂਦਿਆਂ ਮਿਲਿਆ, ਘੋੜੇ ਤੇ ਹਮ ਰਕਾਬ ਹੋ ਕੇ ਤੁਰੇ, ਤੇ ਬਾਦਸ਼ਾਹ ਨੇ ਬੜੇ ਪ੍ਰੇਮ ਨਾਲ ਗੱਲਾਂ 'ਚ ਪੁੱਛ ਹੀ ਲਿਆ। ਹਾਂਜੀ, ਸੁਨਿਓ ਜਗਤ ਮਹਿ ਨਾਮ ਤੁਹਾਰਾ। ਹੇ ਗੁਰੂ ਜੀ, ਮੈਂ ਤੁਹਾਡੇ ਬਾਰੇ ਸੁਣਿਆ ਹੈ, ਲੋਕ ਤੁਹਾਡੇ ਇਸ ਤਰ੍ਹਾਂ ਬੋਲਦੇ ਹਨ, ਕਹਿ ਸਾਚਾ ਪਾਤਸ਼ਾਹ ਉਦਾਰਾ। ਤੁਹਾਨੂੰ ਸੱਚਾ ਪਾਤਸ਼ਾਹ ਕਹਿੰਦੇ ਆ। ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਸੱਚੇ ਪਾਤਸ਼ਾਹ ਸਤਿਗੁਰੂ ਜੀ ਇਦਾਂ ਕਰਕੇ ਤੁਹਾਨੂੰ ਬੁਲਾਉਂਦੇ ਹਨ। ਹਾਂਜੀ, ਗੁਰੂ ਨਾਮ ਤੁਮ ਕੋ ਬਨ ਆਵੈ। ਜੀ ਤੁਸੀਂ ਤਾਂ ਗੁਰੂ ਹੋ, ਤੁਹਾਨੂੰ ਤਾਂ ਗੁਰੂ ਕੋ ਆਉਣਾ ਚਾਹੀਦਾ। ਗੁਰੂ ਨਾਮ ਤੁਹਾਡੇ ਨਾਲ ਜਚਦਾ ਹੈ, ਪਾਤਸ਼ਾਹ ਸ਼ਬਦ ਤੁਹਾਡੇ ਨਾਲ ਕੁਝ ਅਜੀਬ ਲੱਗਦਾ, ਕਿਉਂਕਿ ਤੁਸੀਂ ਬਾਦਸ਼ਾਹ ਤਾਂ ਨਹੀਂ, ਤੁਹਾਨੂੰ ਸੱਚੇ ਪਾਤਸ਼ਾਹ ਕਹਿੰਦੇ ਨੇ। ਤੁਹਾਨੂੰ ਗੁਰੂ ਸ਼ਬਦ ਫੱਬਦਾ ਹੈ, ਗੁਰੂ ਕੋ ਆਇਆ ਕਰੋ। ਹਾਂਜੀ, ਜਥਾ ਪ੍ਰਥਮ ਹੀ ਬਿਦ ਕਹਿਵਾਵੈ। ਜਿਵੇਂ ਪਹਿਲੇ ਸਮਿਆਂ ਤੋਂ ਹੀ ਮਹਾਂਪੁਰਸ਼ਾਂ ਨੂੰ ਲੋਕ ਗੁਰੂ ਜੀ, ਰਿਸ਼ੀ ਜੀ, ਬਾਬਾ ਜੀ, ਪੀਰ ਜੀ ਜਾਂ ਹੋਰ ਕੋਈ ਮਹਾਂਪੁਰਸ਼ਾਂ ਦੇ ਨਾਮ ਲੈਂਦੇ ਨੇ, ਪਰ ਸੱਚੇ ਪਾਤਸ਼ਾਹ ਤਾਂ ਸਾਧੂਆਂ ਨੇ ਕਦੀ ਆਪਣੇ ਆਪ ਨੂੰ ਨਹੀਂ ਕੁਹਾਇਆ। ਹਾਂਜੀ, ਸੁਨ ਬੋਲੇ ਸ੍ਰੀ ਹਰਗੋਬਿੰਦ। ਇਹ ਸੁਣ ਕੇ ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਬੋਲੇ, ਐਸੇ ਨਾਮ ਜੇ ਕਹਿ ਜਗ ਬ੍ਰਿੰਦ। ਮਹਾਰਾਜ ਕਹਿੰਦੇ ਬਾਦਸ਼ਾਹ, ਇਸ ਤਰ੍ਹਾਂ ਦੇ ਨਾਮ ਲੋਕ ਆਪਣੇ ਗੁਰੂਆਂ ਪੀਰਾਂ ਦੇ ਰੱਖਦੇ ਨੇ। ਹਾਂਜੀ, ਅਰਪ ਹੈ ਭੇਟ ਆਦ ਦਰਸਾ ਹੈ। ਉਹ ਆਪਣੀ ਆਪਣੀ ਭਾਵਨਾ ਹੁੰਦੀ ਹੈ, ਸਿੱਖਾਂ ਦੀ ਸ਼ਰਧਾ ਹੁੰਦੀ ਹੈ। ਕੋਈ ਗੁਰੂ ਨੂੰ ਗੁਰੂ ਸਾਹਿਬ ਕਹਿੰਦਾ, ਕੋਈ ਸੱਚਾ ਪਾਤਸ਼ਾਹ ਕਹਿੰਦਾ, ਕੋਈ ਮਹਾਰਾਜ ਕਹਿੰਦਾ। ਜੈਸੀ ਜੈਸੀ ਉਹਨਾਂ ਦੇ ਅੰਦਰ ਪ੍ਰੇਮ ਦੀ ਜਾਗਦੀ ਹੈ ਗੱਲ, ਉਹ ਸਾਡੇ ਦਰਸ਼ਨ ਕਰਦੇ ਨੇ ਤੇ ਆਪਣੀਆਂ ਭੇਟਾਵਾਂ, ਆਪਣੀ ਸ਼ਰਧਾ ਦੇ ਫੁੱਲ ਗੁਰੂ ਦੇ ਚਰਨਾਂ 'ਚ ਅਰਪਣ ਕਰਦੇ ਨੇ। ਹਾਂਜੀ, ਦੂਰ ਦੂਰ ਤੇ ਸੰਗਤ ਐ ਹੈ। ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਦਰਸ਼ਨਾਂ ਲਈ। ਹਮ ਨਹਿ ਕਿਸ ਕੋ ਕਹਿ ਕਦਾਈ। ਇਹ ਬਾਦਸ਼ਾਹ, ਅਸੀਂ ਨਹੀਂ ਕਦੀ ਕਿਸੇ ਨੂੰ ਕਿਹਾ ਵੀ ਸਾਨੂੰ ਕੀ ਆਖੋ ਤੇ ਕੀ ਨਾ ਆਖੋ। ਅਸੀਂ ਨਹੀਂ ਕਿਸੇ ਨੂੰ ਇਹ ਕਿਹਾ ਵੀ ਸਾਡਾ ਨਾਂ ਗੁਰੂ ਸਾਹਿਬ ਕਰਕੇ ਬੁਲਾਓ ਜਾਂ ਸੱਚੇ ਪਾਤਸ਼ਾਹ ਕਰਕੇ ਬੁਲਾਓ ਜਾਂ ਸਾਨੂੰ ਹੋਰ ਕਿਸੇ ਤਰੀਕੇ ਨਾਲ ਸੱਦੋ। ਅਸੀਂ ਨਹੀਂ ਦੱਸਦੇ ਕਿਸੇ ਨੂੰ। ਅਸੀਂ ਇਹ ਵੀ ਨਹੀਂ ਕਹਿੰਦੇ ਸਾਨੂੰ ਮੱਥਾ ਟੇਕੋ ਨਾ ਟੇਕੋ। ਇਹ ਤਾਂ ਸਿੱਖਾਂ ਦੀਆਂ ਆਪਣੀਆਂ ਮਨ ਦੀਆਂ ਭਾਵਨਾ ਹਨ, ਇਹ ਮਨ ਦੇ ਜਜ਼ਬੇ ਹਨ, ਸਮਰਪਣ ਦੀ ਭਾਵਨਾ ਹੈ। ਉਹ ਗੁਰੂ ਅੱਗੇ ਆਪਣਾ ਆਪ ਸਮਰਪਣ ਕਰ ਦਿੰਦੇ ਨੇ ਤੇ ਗੁਰੂ ਦਾ ਨਾਂ ਲੈਂਦੇ ਨੇ। ਹਾਂਜੀ, ਆਪ ਹੈ ਨਾਮ ਧਰੈ ਸਮਦਾਈ। ਆਪੇ ਹੀ ਗੁਰੂ ਦੇ ਨਾਂ ਰੱਖ ਲੈਂਦੇ ਨੇ, ਸਾਰੇ ਸਿੱਖ ਸ਼ਰਧਾ ਨਾਲ ਰੱਖਦੇ ਨੇ। ਹਾਂਜੀ, ਜਹਾਂਗੀਰ ਕੋ ਕਹਿ ਸਮਝਾਇਓ। ਜਹਾਂਗੀਰ ਬਾਦਸ਼ਾਹ ਨੂੰ ਇੰਨੀ ਗੱਲ ਮਹਾਰਾਜ ਨੇ ਸਮਝਾਈ ਵੀ ਇਹ ਨਾਮ ਅਸੀਂ ਨਹੀਂ ਰੱਖਿਆ, ਇਹ ਆਪੇ ਹੀ ਗੁਰੂ ਕੇ ਪਿਆਰਿਆਂ ਦੇ ਮਨ ਵਿੱਚ ਜੋ ਭਾਵਨਾ ਬਣਦੀ, ਕੋਈ ਕਹਿੰਦਾ ਬਾਜਾਂ ਵਾਲੇ,
ਕੋਈ ਕਹਿੰਦਾ ਤਾਜਾਂ ਵਾਲੇ, ਕੋਈ ਕਹਿੰਦੇ ਮੀਰੀ ਪੀਰੀ ਦੇ ਮਾਲਕ, ਕੋਈ ਕਿਸੇ ਤਰੀਕੇ ਨਾਲ, ਕੋਈ ਕਿਸੇ ਤਰੀਕੇ ਨਾਲ ਆਪਣੇ ਗੁਰੂ ਦੇ ਨਾਮ ਸਿੱਖ ਰੱਖਦੇ। ਜਿਵੇਂ 10ਵੇਂ ਪਾਤਸ਼ਾਹ ਜੀ ਮਹਾਰਾਜ ਨੂੰ ਕੋਈ ਕਲਗੀਧਰ ਕਹਿੰਦਾ, ਕੋਈ ਦਸ਼ਮੇਸ਼ ਪਿਤਾ ਕਹਿੰਦਾ, ਕੋਈ ਸ਼ਹਿਨਸ਼ਾਹ ਕਹਿੰਦਾ, ਆਪੋ ਆਪਣੀਆਂ ਅੰਦਰ ਦੀਆਂ ਬਲਬਲੇ ਹਨ। ਸੋ ਇਸ ਤਰ੍ਹਾਂ ਸਾਨੂੰ ਕੋਈ ਸੱਚਾ ਪਾਤਸ਼ਾਹ ਕਵੇ ਉਹ ਅਸੀਂ ਨਹੀਂ ਕਹਾਂਦੇ, ਆਪੇ ਹੀ ਸਿੱਖ ਕਹਿੰਦੇ ਹਨ। ਹਾਂਜੀ, ਤੋ ਨਾ ਨਿਸ਼ਚੈ ਤਿਸ ਉਰ ਆਇਓ। ਬਾਦਸ਼ਾਹ ਨੇ ਸੁਣ ਤਾਂ ਲਿਆ ਪਰ ਉਹਨੂੰ ਸਮਝ ਫਿਰ ਵੀ ਨਹੀਂ ਆਈ, ਨਿਸ਼ਚਾ ਜਿਹਾ ਨਹੀਂ ਆਇਆ ਵੀ ਇਹ ਗੱਲ ਮੈਨੂੰ ਨਹੀਂ ਸਮਝ ਆਉਂਦੀ ਵੀ ਸਿੱਖ ਇਹਨਾਂ ਨੂੰ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਆ। ਜੇ ਇਹ ਨਹੀਂ ਕਹਾਉਂਦੇ ਫਿਰ ਵੀ ਉਹ ਸਿੱਖ ਕਿਉਂ ਕਹਿੰਦੇ। ਇੱਦਾਂ ਉਹਦੇ ਮਨ ਵਿੱਚ ਡਾਊਟ ਜਿਹਾ ਰਿਹਾ। ਹਾਂਜੀ, ਸ੍ਰੀ ਗੁਰੂ ਜਾਨ ਲੀਨ ਮਨ ਕੇਰੀ। ਤੇ ਅੰਤਰਜਾਮੀ ਸਤਿਗੁਰੂ ਜੀ ਉਹਦੇ ਮਨ ਦੀ ਜਾਣ ਗਏ। ਲਖ ਨਾ ਸਕਹਿ ਬਿਨ ਲੋਚਨ ਹੇਰੀ। ਮਹਾਰਾਜ ਸਮਝ ਗਏ ਵੀ ਜਿੰਨਾ ਚਿਰ ਅੱਖਾਂ ਨਾਲ ਨਹੀਂ ਨਾ ਦੇਖਦਾ ਉਹਨਾਂ ਚਿਰ ਇਹਨੂੰ ਪਤਾ ਨਹੀਂ ਲੱਗਣਾ। ਕਈ ਵਾਰੀ ਬੜੇ ਬੜੇ ਗ੍ਰੰਥ ਪੜ੍ਹ ਕੇ ਵੀ ਸਮਝ ਨਹੀਂ ਆਉਂਦੀ ਜਿੰਨਾ ਚਿਰ ਬੰਦੇ ਨੂੰ ਠੋਕਰ ਨਾ ਵੱਜੇ। ਪ੍ਰੈਕਟੀਕਲ ਜਿਹੜੀ ਗੱਲ ਹੁੰਦੀ ਹੈ ਨਾ ਉਹ ਬੰਦੇ ਨੂੰ ਬਹੁਤ ਗਿਆਨ ਦਿੰਦੀ ਹੈ। ਇਹਨੂੰ ਹੁਣ ਸਮਝ ਆਉਣੀ ਹੈ ਪਰ ਦੇਖਣਾ ਪਏਗਾ ਤਾਂ ਹੀ ਇਹ ਸਮਝੇਗਾ ਜੇ ਦਿਖਾਵਾਂਗੇ ਇਹਨੂੰ। ਹਾਂਜੀ, ਵਿਪਨ ਸ਼ਿਕਾਰ ਖੇਲ ਕਰ ਆਏ। ਮਹਾਰਾਜ ਜੰਗਲ 'ਚ ਗਏ, ਸ਼ਿਕਾਰ ਖੇਡ ਕੇ ਵਾਪਸ ਆ ਗਏ। ਇਹ ਗੱਲ ਧੌਲਪੁਰ ਦੀ ਹੈ ਸਾਸੀ। ਆਗਰੇ ਤੋਂ 50 ਕਿਲੋਮੀਟਰ ਅੱਗੇ ਜਾਓ ਉੱਥੇ ਵੀ ਇਹ ਸਥਾਨ ਬਣਿਆ ਹੋਇਆ ਮੱਛਕੁੰਡ ਉਹ ਜਗ੍ਹਾ ਹੈ। ਹਾਂਜੀ, ਧਨ ਤਰਕਸ਼ ਕਟ ਖੜਗ ਸੁਹਾਏ। ਗਾਤਰੇ ਮਹਾਰਾਜ ਨੇ ਤੀਰ ਕਮਾਨ ਪੱਥਾ ਤੀਰਾਂ ਦਾ ਮੋਢੇ ਤੇ ਪਾਇਆ। ਗਾਤਰੇ 'ਚ ਮੀਰੀ ਪੀਰੀ ਦੀਆਂ ਤੇਗਾਂ ਪਾਈਆਂ, ਢਾਲ ਸਜਾਈ ਹੈ। ਕਮਰ ਕਸੇ ਦੇ ਸ਼ਸਤਰ ਕਮਰ ਕਸੇ 'ਚ ਪਾਏ ਹੋਏ ਨੇ। ਹਾਂਜੀ, ਸੰਗਤ ਅਧਿਕ ਆਗਰੇ ਨਗਰ। ਆਗਰੇ ਆ ਗਏ ਸੰਗਤਾਂ ਉੱਥੇ ਗੁਰੂ ਦੀਆਂ ਬਹੁਤ ਦਰਸ਼ਨਾਂ ਲਈ ਆਈਆਂ। ਹਾਂਜੀ, ਹਿਤ ਗੁਰ ਦਰਸ਼ਨ ਆਏ ਸਗਰ। ਕਹਿੰਦੇ ਸਾਰੇ ਇਲਾਕੇ ਦੇ ਲੋਕ ਆਏ ਨੇ ਦਰਸ਼ਨਾਂ ਲਈ। ਉਤਮ ਅਨੇਕ ਅਕੋਰਨ ਲਿਆਏ। ਕੋਈ ਗੁਰੂ ਸਾਹਿਬ ਦੇ ਲਈ ਘੋੜਾ ਲੈ ਕੇ ਆਇਆ, ਕੋਈ ਚੰਗਾ ਸ਼ਸਤਰ ਲੈ ਕੇ ਆਇਆ, ਕੋਈ ਢਾਲ, ਕੋਈ ਬਰਛਾ, ਕੋਈ ਬੰਦੂਕ, ਕੋਈ ਖੰਜਰ ਲੈ ਕੇ ਆਇਆ, ਕੋਈ ਗੁਰੂ ਸਾਹਿਬ ਲਈ ਚੋਲੇ ਦੇ ਕੱਪੜੇ ਲੈ ਕੇ ਆਇਆ, ਕੋਈ ਮਾਇਆ ਗੱਫੇ ਲੈ ਕੇ ਆਇਆ, ਕੋਈ ਘੋੜਿਆਂ ਲਈ ਘਾਹ ਪੱਠਾ ਲੈ ਕੇ ਆਇਆ, ਕੋਈ ਸਿੱਖ ਦੁੱਧ ਦਹੀਂ ਦੇ ਘੜੇ ਭਰ ਕੇ ਸੰਗਤ ਦੇ ਛਕਣ ਵਾਸਤੇ, ਕੋਈ ਰਾਸ਼ਨ ਪਾਣੀ ਲੰਗਰ ਦਾ ਇੱਦਾਂ ਲੈ ਕੇ ਆਏ ਨੇ। ਹਾਂਜੀ, ਪੰਚਾਮ੍ਰਿਤ ਕਰ ਕੈ ਸਮੁਦਾਏ। ਕੜਾਹ ਪ੍ਰਸ਼ਾਦ ਦੀਆਂ ਦੇਗਾਂ ਲੈ ਕੇ ਆਏ ਨੇ ਗੁਰੂ ਦੇ ਸਿੱਖ। ਹਾਂਜੀ, ਮਨੋ ਕਾਮਨਾ ਜਿਮ ਕਰ ਆਵੈ। ਜਿਹੜੀ ਜਿਹੜੀ ਉਹਨਾਂ ਦੀ ਅਰਦਾਸ ਮਨੋ ਕਾਮਨਾ ਲੈ ਕੇ ਆਏ ਨੇ। ਹਾਂਜੀ, ਦਰਸ਼ਨ ਕਰੇ ਗੁਰੂ ਕੇ ਪਾਵੈ। ਉਹ ਗੁਰੂ ਮਹਾਰਾਜ ਦੇ ਦਰਸ਼ਨਾਂ ਨਾਲ ਪੂਰੀ ਹੋ ਗਈ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਹਾਂਜੀ, ਸੁੰਦਰ ਢੀਲ ਬਿਲੰਦ ਸੁਸ਼ੀਲਾ। ਮਹਾਰਾਜ ਸਾਹਿਬ ਦਾ ਕੱਦ ਕਾਠ ਬੜਾ ਸੋਹਣਾ, ਸੁੰਦਰ ਢੀਲ ਡੋਰ ਬੜੀ ਸੁੰਦਰ ਹੈ। ਹਾਂਜੀ, ਮੁਖ ਮੰਡਲ ਜਨ ਚੰਦ ਛਬੀਲਾ। ਤੇ ਮਹਾਰਾਜ ਦਾ ਮੁਖ ਮੰਡਲ ਇਉਂ ਸ਼ੋਭਾ ਪਾ ਰਿਹਾ ਜਿਵੇਂ ਛਬੀਲਾ ਸੋਹਣਾ ਚੰਦਰਮਾ ਹੁੰਦਾ। ਹਾਂਜੀ, ਭੁਜਾ ਪ੍ਰਲੰਬਤ ਆਯਤ ਛਾਤੀ। ਮਹਾਰਾਜ ਸਾਹਿਬ ਦੀਆਂ ਬਾਹਾਂ ਗੋਡਿਆਂ ਤੱਕ ਲੰਮੀਆਂ ਹਨ ਤੇ ਚੌੜੀ ਛਾਤੀ ਹੈ। ਦੇਪਤ ਦਸਨ ਜਨ ਹੀਰਨ ਪਾਂਤੀ। 32 ਦੰਦ ਇਉਂ ਚਮਕਦੇ ਜਿਵੇਂ ਹੀਰਿਆਂ ਦੀਆਂ ਪੰਗਤਾਂ ਲੱਗੀਆਂ ਹੋਣ। ਕਿਰਪਾ ਭਰੇ ਅਰਬਿੰਦ ਬਿਲੋਚਨ। ਕਿਰਪਾ ਭਰੇ ਸਤਿਗੁਰਾਂ ਦੇ ਚਰਨ ਨੇਤਰ ਕਮਲ ਹਨ ਜਿਹੜੇ ਖਿੜੇ ਰਹਿੰਦੇ ਸਿੱਖਾਂ ਵੱਲ ਵੇਖ ਕੇ ਪ੍ਰਸੰਨ ਹੋ ਕੇ। ਵਿਖੈ ਕਟਾਖਨ ਬੰਧਨ ਮੋਚਨ। ਜਿਹਦੇ ਵੱਲ ਵੀ ਕਿਰਪਾ ਕਟਾਖ ਕਰਕੇ ਵੇਖਦੇ ਉਹਨਾਂ ਦੇ ਬੰਧਨ ਕੱਟ ਦਿੰਦੇ ਹਨ। ਇਤਿਆਦਿਕ ਸੁੰਦਰਤਾ ਸਾਰੀ। ਇਸ ਪ੍ਰਕਾਰ ਸਾਰਾ ਸਰੀਰ ਸੁੰਦਰਤਾ ਦੀ ਖਾਣ ਹੈ। ਮਹਾਰਾਜ ਕੇ ਲੱਛਣ ਭਾਰੀ। ਇਹ ਮਹਾਰਾਜਿਆਂ ਬਾਦਸ਼ਾਹਾਂ ਵਾਲੇ ਲੱਛਣ ਹਨ। ਕਰ ਦਰਸ਼ਨ ਸੰਗਤ ਹਰ ਖਾਵੈ। ਮਹਾਰਾਜ ਦੇ ਐਸੇ ਸਰੂਪ ਦੇ ਦਰਸ਼ਨ ਕਰ ਕਰਕੇ ਸੰਗਤਾਂ ਖੁਸ਼ ਹੋ ਰਹੀਆਂ ਨੇ। ਜੋਦਾ ਗੁਰੂ ਬਿਲੰਦ ਸੁਹਾਵੈ। ਬੜੇ ਮਹਾਬਲੀ ਜੋਧੇ ਸਤਿਗੁਰੂ ਬੈਠੇ ਸੋਭਾ ਪਾਉਂਦੇ ਦੀਵਾਨ ਵਿੱਚ। ਇਹ ਘਾਲ ਹੈਗੇ ਕਬ ਕਮਸਾਨਾ। ਤੇ ਲੋਕ ਅੰਦਾਜ਼ਾ ਲਾਉਂਦੇ ਨੇ ਵੀ ਇੱਕ ਦਿਨ ਆਵੇਗਾ ਇਹ ਗੁਰੂ ਜ਼ਰੂਰ ਜੰਗ ਕਰਨਗੇ, ਇਹ ਯੋਧੇ ਹੋਣਗੇ, ਇਹਨਾਂ ਨੂੰ ਕਿਤੇ ਨਾ ਕਿਤੇ ਜ਼ਿੰਦਗੀ ਵਿੱਚ ਲੜਾਈ ਕਰਨੀ ਪੈਣੀ ਹੈ। ਹਾਂਜੀ, ਮਹਾਬੀਰ ਕਰ ਹੈ ਰਿਪਹਾਨਾ। ਇਹ ਮਹਾਬੀਰ ਯੋਧੇ ਵੈਰੀਆਂ ਦਾ ਨਾਸ ਕਰਨਗੇ। ਸਿੱਖ ਪਹਿਲਾਂ ਹੀ ਅੰਦਾਜ਼ਾ ਲਾਣਾ ਸ਼ੁਰੂ ਕਰ ਦਿੰਦੇ। ਹਾਂਜੀ, ਇਤਿਆਦਿਕ ਜਸ ਕੋ ਵਿਸਤਾਰੈ। ਇਹ ਗੁਰੂ ਸਾਹਿਬ ਦਾ ਬੜਾ ਜਸ ਹੋਣਾ, ਬੜੀ ਸੋਭਾ ਹੋਣੀ ਛੇਵੇਂ ਪਾਤਸ਼ਾਹ ਦੀ।
ਬਾਰ ਬਾਰ ਗੁਰ ਰੂਪ ਨਿਹਾਰੈ। ਇਦਾਂ ਸਿੱਖ ਆਪਸ 'ਚ ਗੱਲਾਂ ਕਰਦੇ, ਗੁਰੂ ਦੀ ਉਪਮਾ ਕਰਦੇ ਤੇ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਆ। ਕੁਸ਼ਲ ਪ੍ਰਸੰਨ ਗੁਰ ਸਭ ਕੋ ਸੋ ਕਰੈ। ਮਹਾਰਾਜ ਸਾਰਿਆਂ ਦਾ ਹਾਲ ਚਾਲ ਪੁੱਛਦੇ ਨੇ, ਸਭ ਦੇ ਦੁੱਖੜੇ ਦੂਰ ਕਰਦੇ ਨੇ। ਕਿਰਪਾ ਦ੍ਰਿਸ਼ਟ ਦਾਸਨ ਪਰ ਧਰੈ। ਆਪਣੇ ਸਿੱਖਾਂ ਤੇ ਕਿਰਪਾ ਦ੍ਰਿਸ਼ਟੀ ਕਰਦੇ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਇੱਕ ਕੌਤਕ ਵਰਤੇਗਾ। ਗੁਰੂ ਸਾਹਿਬ ਦੇ ਪ੍ਰੇਮੀ ਇੱਕ ਸਿੱਖ ਨੇ, ਘਾਈ ਨੇ ਬਾਦਸ਼ਾਹ ਦਾ ਸ਼ੰਕਾ ਕੱਢਣਾ। ਘਾਹ ਵੇਚਣ ਵਾਲਾ ਸਿੱਖ, ਗਰੀਬ ਸਿੱਖ ਇੱਕ ਟਕਾ ਲੈ ਕੇ ਜਹਾਂਗੀਰ ਦੇ ਤੰਬੂ 'ਚ ਆ ਵੜਿਆ। ਅੱਗੇ ਰੱਖ ਕੇ ਅਰਦਾਸਾਂ ਕਰਦਾ, ਸੱਚੇ ਪਾਤਸ਼ਾਹ ਮੈਨੂੰ ਜਮਾ ਤੋਂ ਛੁਡਾ ਲਈ। ਫਿਰ ਜਹਾਂਗੀਰ ਨੂੰ ਸਮਝ ਆਈ ਵੀ ਮੈਂ ਸੱਚਾ ਪਾਤਸ਼ਾਹ ਨਹੀਂ ਹਾਂ। ਫਿਰ ਉਹਨੇ ਆਖਿਆ, ਸੱਚੇ ਪਾਤਸ਼ਾਹ ਤੇ ਨਾਲ ਦੇ ਤੰਬੂ 'ਚ ਬੈਠੇ ਨੇ, ਮੈਂ ਤਾਂ ਝੂਠਾ ਹੀ ਪਾਤਸ਼ਾਹ ਹਾਂ। ਉਹ ਕਥਾ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਗੋਬਿੰਦ, ਹੇ ਗੋਪਾਲ, ਗੋਬਿੰਦ, ਹੇ ਗੋਪਾਲ, ਗੋਬਿੰਦ, ਹੇ ਗੋਪਾਲ, ਗੋਬਿੰਦ, ਹੇ